TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਇੱਕ ਵਾਰ ਫਿਰ ਤੋਂ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਨੂੰ ਆਧਾਰ ਬਣਾਈਏ, ਉਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਵਿਸ਼ੇਸ਼ ਰਾਏ ਜਾਣਨ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਅੱਜ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਹੈ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਓ ਸਭ ਤੋਂ ਪਹਿਲਾਂ ਗਰਗ ਸਾਹਿਬ ਦਾ ਸਵਾਗਤ ਕਰਦੇ ਹਾਂ। ਗਰਗ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਬਹੁਤ ਬਹੁਤ ਬੈਂਡਰ ਸਾਹਿਬ। ਗਰਗ ਸਾਹਿਬ, ਬੀਤੇ ਦਿਨੀ ਆਪਾਂ ਗੱਲ ਕੀਤੀ ਸੀ ਕਿ ਕਿਸਾਨੀ ਅੰਦੋਲਨ ਸੀ, ਜਿਹੜਾ ਸੰਘਰਸ਼ ਹੈ, ਉਹਦਾ ਭਵਿੱਖ ਕੀ ਹੈ। MSP ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕੀਤੀ ਤੇ ਅੱਜ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਸ ਤਰ੍ਹਾਂ ਕੱਲ ਆਪਾਂ ਭਵਿੱਖ ਦੀ ਗੱਲ ਕਰ ਰਹੇ ਸੀ, ਜਦੋਂ ਤੋਂ ਅੰਦੋਲਨ ਦੀ ਸ਼ੁਰੂਆਤ ਹੋਈ ਹੈ, ਵਾਰ-ਵਾਰ ਇਹ ਗੱਲ ਉੱਠਦੀ ਰਹੀ ਹੈ, ਮੰਗ ਉੱਠਦੀ ਰਹੀ ਹੈ। ਕੁਝ ਕਿਸਾਨ ਆਗੂ ਇਹ ਕਹਿੰਦੇ ਰਹੇ ਹੈ ਕਿ ਕਾਨੂੰਨ ਜਦੋਂ ਇਹ ਬਣੇ ਨਹੀਂ ਸੀ, ਕਿਸਾਨ ਦੀ, ਮਜ਼ਦੂਰ ਦੀ, ਆਮ ਲੋਕਾਂ ਦੀ ਹਾਲਤ ਉਦੋਂ ਵੀ ਚੰਗੀ ਨਹੀਂ ਸੀ। ਜੇ ਇਹ ਕਾਨੂੰਨ ਰੱਦ ਹੋ ਜਾਣ, ਕੀ ਉਹਦੇ ਤੋਂ ਬਾਅਦ ਹਾਲਤ ਸੁਧਰ ਜਾਏਗੀ? ਤੇ ਨਾਲ ਉਹ ਤਰਕ ਦਿੰਦੇ ਸੀ ਕਿ ਜਿੰਨੀ ਦੇਰ ਤੱਕ ਅਸੀਂ ਇਹ ਸੱਤਾ ਦੇ ਉੱਤੇ ਆਪ ਕਾਬਜ਼ ਨਹੀਂ ਹੁੰਦੇ, ਆਪਣੇ ਲਈ ਆਪ ਕਾਨੂੰਨ ਨਹੀਂ ਬਣਾਉਂਦੇ, ਉਨੀ ਦੇਰ ਤੱਕ ਗੱਲ ਤਣ ਪੱਤਣ ਲੱਗਣੀ ਨਹੀਂ। ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਵਾਪਸ ਲੈ ਲਏ ਗਏ ਹੈ ਕਿ ਕੀ ਹੁਣ ਸਿਆਸੀ ਸਮੀਕਰਨ ਪੰਜਾਬ ਦੇ ਬਦਲਣਗੇ? ਬੈਂਡਰ ਸਾਹਿਬ, ਜੇ ਅਸੀਂ ਪਹਿਲੀ ਨਜ਼ਰੇ, ਉੱਡਦੀ ਨਜ਼ਰੇ ਦੇਖੀਏ ਤਾਂ ਇਹ ਲੱਗੇਗਾ ਵੀ ਹੁਣ ਕਿਸਾਨਾਂ ਨੂੰ ਪਾਰਟੀਸਪੇਟ ਕਰ ਲੈਣਾ ਚਾਹੀਦਾ, ਚੋਣਾਂ 'ਚ ਭਾਗ ਲੈਣਾ ਚਾਹੀਦਾ, ਜਾਂ ਕਿਸੇ ਪਾਰਟੀ ਦੀ ਸਪੋਰਟ ਕਰ ਦੇਣੀ ਚਾਹੀਦੀ ਹੈ, ਜਾਂ ਉਹਨਾਂ ਦਾ ਜਿਹੜਾ ਹਿੱਸਾ ਲੜਨ ਨੂੰ ਪਹਿਲਾਂ ਹੀ ਤਿਆਰ ਹੈ ਤੇ ਉਹਦੇ ਨਾਲ ਲੱਗ ਜਾਣਾ ਚਾਹੀਦਾ ਹੈ। ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਆ ਸਕਦੀਆਂ ਨੇ। ਪਹਿਲੀ ਨਜ਼ਰੇ ਇਹ ਲੱਗਦਾ ਵੀ ਹੈ। ਇਹੀ ਸਾਡਾ ਬਲਕਿ ਦੁਖਾਂਤ ਹੈ। ਪਿਛਲੇ 30 ਸਾਲ 'ਚ ਅਸੀਂ ਇਹ ਜਚਾਉਣ ਦੀ ਕੋਸ਼ਿਸ਼ ਕਰਤੀ। 30 ਸਾਲ 'ਚ ਜਿਹੜਾ ਜਚਾਇਆ ਉਹ ਵੋਟਰ 40 ਸਾਲ ਦੀ ਉਮਰ ਤੱਕ ਦਾ ਹੈ, 18 ਤੋਂ 40 ਦਾ ਮੈਕਸਿਮਮ ਵੋਟਰ ਹੈ। ਉਹਨੂੰ ਇਹ ਜਚਾਤਾ ਵੀ ਜੇ ਅਸੈਂਬਲੀ ਤੁਸੀਂ ਜਾ ਕੇ ਬਹਿ ਜਾਓਗੇ, ਫਿਰ ਪਤਾ ਨਹੀਂ ਤੁਸੀਂ ਕੀ ਤੀਰ ਚਲਾ ਦੋਗੇ, ਫਿਰ ਪਤਾ ਨਹੀਂ ਤੁਸੀਂ ਕੀ ਹਾਥੀ ਅਸਮਾਨ ਤੇ ਸੁੱਟ ਦੋਗੇ, ਜਦ ਕਿ ਨਹੀਂ ਹੋਣਾ। ਅੱਛਾ ਜੀ, ਕਿਉਂ ਨਹੀਂ ਹੋਣਾ? ਅਸੈਂਬਲੀ ਨੇ ਕਾਨੂੰਨ ਬਣਾਉਣੇ ਨੇ ਸੂਬੇ ਵਾਸਤੇ ਜੀ, ਪੈਸਾ ਇਕੱਠਾ ਕਰਨਾ ਖਜ਼ਾਨੇ 'ਚ, ਤੇ ਉਹ ਪੈਸੇ ਦੀ ਨਿਆਂ ਸੰਗਤ ਵੰਡ ਕਰਨੀ ਹੈ ਜੀ। ਹੁਣ ਜੇ ਤੁਹਾਨੂੰ ਕਾਨੂੰਨ ਬਣਾਉਣ ਦਾ ਕਿਸੇ ਚੀਜ਼ ਤੇ ਅਧਿਕਾਰ ਹੀ ਤੁਹਾਡਾ ਖੋਲਿਆ, ਫਿਰ ਅਸੈਂਬਲੀ ਜਾ ਕੇ ਕੀ ਕਰੋਗੇ? ਕਹਿੰਦੇ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਹੁਣ ਸਾਡੇ ਜਿਹੜੇ ਕਾਨੂੰਨ ਬਣਾਉਣ ਦੇ ਹੱਕ ਨੇ ਜੀ, ਉਹ ਕਿਸੇ ਵੀ ਖੇਤਰ 'ਚ ਜੀ ਕੇਂਦਰ ਦੀਆਂ ਸਰਕਾਰਾਂ ਨੇ ਖੋਲੇ। ਤੁਸੀਂ ਸਰਫੇਸ ਟਰਾਂਸਪੋਰਟ ਤੁਸੀਂ ਨਹੀਂ ਬਣਾ ਸਕਦੇ ਜੀ, ਉਹ ਬਣਾਉਣੀ ਵੀ RC ਕਿਵੇਂ ਬਣੂਗੀ, ਡਰਾਈਵਿੰਗ ਲਾਇਸੈਂਸ ਕਿਵੇਂ ਬਣੇਗਾ। ਬਿਜਲੀ ਤੁਸੀਂ ਨਹੀਂ, ਪ੍ਰਾਈਵੇਟ ਬਿਜਲੀ ਤੁਸੀਂ ਲੱਗਣੀ ਆ ਨਹੀਂ ਲੱਗਣੀ, ਡਿਸਟ੍ਰੀਬਿਊਸ਼ਨ ਕਿਵੇਂ ਹੋਣੀ ਆ, ਟਰਾਂਸਮਿਸ਼ਨ ਕਿਵੇਂ ਹੋਣੀ, ਉਹ ਫੈਸਲਾ ਕਰੇਗਾ। ਬਿਜਲੀ ਐਕਟ 2003 ਬਣਾਤਾ ਕੇਂਦਰ ਨੇ। ਸਿਹਤ ਦੇ ਵਿੱਚ ਮੈਡੀਕਲ ਸਿੱਖਿਆ ਜਿਹੜੀ ਆ ਉਹ ਕੇਂਦਰ ਨੇ ਕਹਿੰਦਾ ਹੋਣੀ ਕਿਹਾ ਵੀ ਜਿਹੜੀ ਪੋਸਟ ਗ੍ਰੈਜੂਏਸ਼ਨ ਕੋਰਸਾਂ 'ਚ ਦਾਖਲੇ ਨੇ ਉਹ ਕੇਂਦਰ ਕਰੇਗਾ। ਤੇ ਜੇ 50% ਦਾਖਲੇ ਕੇਂਦਰ ਨੇ ਕਰਨੇ, ਤਨਖਾਹ ਉਹਨੇ, ਫਿਰ ਸਾਡੇ ਤਾਂ ਇੱਥੇ 500 ਪੋਸਟ ਖਾਲੀ ਪਈ ਆ, ਲੋਕਾਂ ਨੂੰ ਡਾਕਟਰ ਸਪੈਸ਼ਲਿਸਟ ਮਿਲਦੇ ਨਹੀਂ, ਬਾਹਰ ਲਾ ਕੇ ਕਰਕੇ ਬਾਹਰ ਚਲਾ ਜਾਏਗਾ ਦੂਜੇ ਸੂਬੇ ਦਾ। ਸੋ ਇਸੇ ਤਰ੍ਹਾਂ ਹੀ ਕਹਿੰਦਾ ਜੰਗਲਾਤ ਦੇ ਉੱਤੇ ਜੋ ਕੇਂਦਰ ਕਰ ਦੇਗਾ, ਸੂਬਾ ਸਰਕਾਰ ਕੁਛ ਨਹੀਂ ਕਰ ਸਕਦਾ। ਨੂਰਪੁਰ ਬੇਦੀ ਤੋਂ ਲੈ ਕੇ ਰੋਪੜ ਤੋਂ ਲੈ ਕੇ ਸਾਰੇ ਦਾ ਸਾਰਾ ਜੰਗਲ ਹੈ ਸਾਡਾ, ਉਹ ਢੋਲਵਾਹੇ ਉੱਥੇ ਤੱਕ, ਆਪਣਾ ਦਨੇਰੇ ਤੱਕ, ਗੁਰਦਾਸਪੁਰ, ਪਠਾਨਕੋਟ, ਉਹ ਸਾਰਾ ਜੰਗਲ ਦੇ ਉੱਤੇ ਕਬਜ਼ਾ ਕੇਂਦਰ ਨੇ ਕਰ ਲਿਆ। ਫਿਰ ਉਹਨਾਂ ਨੇ ਕਹਿਤਾ ਗਰਾਊਂਡ ਵਾਟਰ, ਤੇ ਜਿਹੜਾ ਗਰਾਊਂਡ ਵਾਟਰ ਬੋਰਡ ਬਣਾਤਾ, ਉਹਦੇ ਰਾਹੀਂ ਥੱਲੇ ਪਾਣੀ, ਕੱਲ ਨੂੰ ਕਹਿ ਸਕਦੇ ਨੇ ਵੀ ਕੋਈ ਬੰਦਾ ਇੱਥੇ ਆਪਦਾ ਪੀਣ ਵਾਸਤੇ, ਪਾਣੀ ਵਾਸਤੇ ਵੀ ਮੋਟਰ ਨਹੀਂ ਲਾ ਸਕਦਾ। ਹਾਂ, ਈਵਨ ਮਿਊਨਿਸਪਲ ਕਮੇਟੀ ਵੀ ਮਨਜ਼ੂਰੀ ਲਵੇ ਕੇਂਦਰ ਤੋਂ ਵੀ ਅਸੀਂ ਲੋਕਾਂ ਨੂੰ ਪੀਣ ਦਾ ਪਾਣੀ ਦੇਣਾ। ਇਸੇ ਤਰ੍ਹਾਂ ਹੀ ਲਾ ਐਂਡ ਆਰਡਰ 'ਚ UAPA ਲਾ ਕੇ, ਆ ਹੁਣ 50 ਕਿਲੋਮੀਟਰ ਤੱਕ BSF ਦਾ ਘੇਰਾ ਵਧਾ ਕੇ ਉਹ ਲੈਂਡ ਆਰਡਰ ਵੀ ਸਾਡੇ ਤੋਂ ਖੋਲਿਆ। ਨਸ਼ਿਆਂ ਦੇ ਉੱਤੇ ਆਦੀ ਕਾਨੂੰਨੀ ਉਹਨਾਂ ਦਾ। ਸੋ ਸਿੱਖਿਆ ਦੇ ਉੱਤੇ, ਸਿੱਖਿਆ 'ਚ ਹੁਣ ਸਾਰਾ ਕੁਛ ਨੀਤੀ, ਜਿਹੜੀ ਨਈ ਸਿੱਖਿਆ ਨੀਤੀ ਆਈ ਹੈ, ਜਿਹੜਾ ਪੰਜਾਬੀ ਨੂੰ ਗਾਉਣ ਵਿਸ਼ਾ ਬਣਾ, ਇਹ ਸਾਰੇ ਜਦ ਅਸੀਂ ਮੁੱਦਿਆਂ ਨੂੰ ਦੇਖਦੇ ਹਾਂ, ਟੈਕਸ GST ਦੇ ਰਾਹੀਂ ਲੈ ਕੇ ਖੋ ਕੇ, ਠੀਕ ਹੈ, ਆਇਡੈਂਟੀਟੀ ਉਹ ਵੀ ਆਪਦਾ ਹੀ ਖੋ ਕੇ ਲੈ ਗਏ ਵੀ ਆਇਡੈਂਟੀਟੀ ਤੁਸੀਂ ਤੈਅ ਕਰੋਗੇ। ਸੋ ਜਦ ਸਾਡੇ ਸਾਰੇ ਹੀ ਅਧਿਕਾਰ ਜਿਹੜੇ ਅਸੀਂ ਕਰ ਸਕਦੇ ਹਾਂ, ਉਹ ਤਾਂ ਉਹਨਾਂ ਨੇ ਖੋਲੇ। ਹੁਣ ਸਾਡੇ ਕੋਲ ਤਾਂ ਉਹਨਾਂ ਦੇ ਕਰੇ ਹੋਏ ਤੈਅ ਕਾਨੂੰਨ, ਉਹਨਾਂ ਨੂੰ ਲਾਗੂ ਕਰਨ ਦਾ ਸਾਨੂੰ ਤਾਂ ਗੱਲ 'ਚ ਉਹ ਪਾਤੀ ਪੰਜਾਬੀ। ਤੇ ਸਾਨੂੰ ਇਹ ਲੜਾਈ ਕਰਨੀ ਪੈਣੀ ਆ ਕਿ ਸਾਡੇ ਕਾਨੂੰਨ ਉਹ ਵਾਪਸ ਦਿਓ, ਜਿਹੜੇ ਤੁਸੀਂ ਸਭ ਤੋਂ ਖੋਲੇ ਹੱਕ ਉਹ ਵਾਪਸ ਦਿਓ। ਉਹ ਲੜਾਈ ਅਸੀਂ ਕਰ ਨਹੀਂ ਰਹੇ। ਉਸ ਬਿਨਾਂ ਲੜਾਈ ਦੇ 117 MLA ਇੱਥੇ ਬਿਠਾ ਵੀ ਦਈਏ ਤਾਂ ਕੀ ਕਰਨਗੇ? ਦੂਜਾ ਕਿਸੇ ਨੂੰ ਭੁਲੇਖਾ ਹੋਊ, ਨਹੀਂ ਜੀ ਅਸੀਂ ਫੈਸਲਾ ਕਰ ਦਾਂਗੇ। ਫੈਸਲੇ ਸੁਣ ਲਓ, 115 MLA ਨੇ 2 ਵਾਰੀ ਫੈਸਲਾ ਕਰਤਾ, 4 ਪਾਰਟੀਆਂ ਦੇ ਨੇ ਕਿ ਕਾਨੂੰਨ ਗਲਤ, ਇਹ ਵਾਪਸ ਅਸੀਂ ਰੱਦ ਕਰ ਦਿਆਂ। ਫਾਈਲ ਉੱਥੇ ਪਈ ਹੈ, ਫਿਰ ਰੱਦ ਹੋ ਗਏ, ਫਾਈਲ ਗਵਰਨਰ ਕੋਲ ਹੀ ਪਈ ਹੈ।
ਜੇ ਜ਼ਿਆਦਾ ਤੜੀਫੜੀ ਕਰਦੇ ਕਹਿੰਦੇ ਸਰਕਾਰ ਤੋੜਦੀ, ਰੌਲਾ ਨਹੀਂ ਪੈ ਰਿਹਾ ਸੀ ਰਾਸ਼ਟਰਪਤੀ ਰਾਜ ਗਵਰਨਰ ਰੂਲ ਲਾਉਣ ਨੂੰ, ਰਾਸ਼ਟਰਪਤੀ ਉਹੀ ਰਾਸ਼ਟਰਪਤੀ ਰਾਜ ਲਾਉਣ ਨੂੰ ਫਿਰਦੇ ਨੇ, ਪ੍ਰੈਜ਼ੀਡੈਂਟ ਰੂਲ ਗਵਰਨਰ ਹੀ ਕਰੇਗਾ। ਸੋ ਜਦ ਤੁਹਾਡੇ ਕੋਲ ਤਾਕਤ ਤਾਂ ਹੈ ਨਹੀਂ, ਤੁਸੀਂ ਰਹਿੰਦੇ ਤਾਂ ਕਿਰਾਏ ਦੇ ਮਕਾਨ ਚੋਂ, ਤੁਸੀਂ ਉੱਥੇ ਕਹੀ ਜਾਣਾ ਮੈਂ ਆਹ ਵੀ ਕਰ ਦੂੰ, ਮੈਂ ਆਹ ਸਾਰੀ ਕਰ, ਤੁਸੀਂ ਕੀ ਕਰ ਲੋਗੇ? ਤੁਹਾਨੂੰ ਮਾੜਾ ਮੋਟਾ ਰਹਿ ਰੂ ਲੋਗੇ, ਮਾੜਾ ਮੋਟਾ ਸਫਾਈ ਸੂਈ ਕਰ ਲੈਂਗੇ। ਸੋ ਇਸ ਕਰਕੇ ਇੱਕ ਜਿਹੜੀ ਲੜਾਈ ਵੱਡੀ ਆ ਉਹ ਤਾਂ ਹੈਗੀ ਹੈ ਵੱਧ ਨਹੀਂ ਅਧਿਕਾਰਾਂ ਦੀ, ਸੰਵਿਧਾਨਕ ਅਧਿਕਾਰਾਂ ਦੀ। ਉਹ ਲੜਾਈ ਜੇ ਨਹੀਂ ਕਰੀ ਜਾਊਗੀ, ਜਿਹੜਾ ਵੀ ਉੱਥੇ ਜਾਊਗਾ, ਮੈਂ ਛੋਟੀ ਜਿਹੀ ਉਦਾਹਰਨ ਦਿੰਦਾ ਇਸ ਦੀ। ਇੱਥੇ 28 ਸੈਕਟਰ 'ਚ ਕੇਂਦਰੀ ਸਿੰਘ ਸਭਾ ਗੁਰਦੁਆਰਾ ਹੈ। ਅੱਛਾ ਜੀ। ਉੱਥੇ ਅਸੀਂ ਬੈਠੇ ਇੱਕ ਮੀਟਿੰਗ ਕਰ ਰਹੇ ਸੀ, ਗਿਆਨੀ ਕੇਵਲ ਸਿੰਘ ਜੀ ਉਹਨੂੰ ਚੇਅਰ ਕਰ ਰਹੇ ਸੀ, ਤਖਤ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਰਹੇ ਨੇ ਪੁਰਾਣੇ। ਉਹ ਗੱਲਬਾਤ ਹੋਈ, ਸਿਹਤ ਬਰਾਬਰ ਦੀ ਦਿਓ, ਸਿੱਖਿਆ ਕਾਫੀ ਕੁਛ ਗੱਲਾਂ ਹੋਈਆਂ ਜੀ। ਔਰ ਚੰਗੇ ਕਿਰਦਾਰ ਵਾਲੇ ਸਿਆਣੇ ਜੀ ਤੇ ਜਿਨ੍ਹਾਂ ਤੇ ਕੋਈ ਦਾਗ ਨਹੀਂ, ਉਹ ਬੈਠੇ ਸੀ ਉੱਥੇ ਬੰਦੇ। ਮੈਂ ਕਿਹਾ ਆਪਾਂ ਸਾਰਿਆਂ ਨੂੰ ਮੰਤਰੀ ਬਣਾ ਦੇਣਾ ਜੀ, ਫਿਰ ਆਪਾਂ ਹੱਲ ਕਰ ਲਾਂਗੇ ਮੁੱਦੇ। ਦੱਸੋ। ਉਹ ਦੇਖਣ ਮੈਂ ਤੁਸੀਂ ਦੱਸੋ ਕਿਵੇਂ ਕਰੋਗੇ? ਆਫਟਰ ਜਦ ਅਸੀਂ ਜਾਣਾ ਹੈ ਉਦੋਂ ਮੁੱਦਾ ਹੱਲ ਕਰਨਾ ਹੈ। ਸਿੱਖਿਆ ਸਭ ਨੂੰ ਸਿੱਖਿਆ ਬਰਾਬਰ ਕਿਵੇਂ ਦੇਣੀ ਹੈ ਤਾਂ ਪੂਰਾ ਤੈਅ ਕਰਨਾ ਪਊਗਾ। ਐਂ ਨਹੀਂ ਵੀ ਬਸ ਕਰ ਦੋ ਗੱਲਾਂ ਦਾ ਕੜਾਹ ਜੇ ਬਣਾਉਣਾ ਤਾਂ ਮਿੱਠਾ ਵੱਧ ਘੱਟ ਕੇ ਰੱਖਣਾ, ਉਹ ਸੌਖਾ ਹੀ ਕੰਮ ਹੈ, ਉਹ ਜੋ ਮਰਜ਼ੀ ਕਹਿ ਦੋ ਹੈ। ਸੋ ਇਸ ਕਰਕੇ ਸਾਨੂੰ ਚੜ੍ਹਦਾ ਬੱਚਾ ਸੂਰੀ ਰਾਮ ਭਲੀ ਕਰਨਗੇ ਸੌਖਾ ਹੈ, ਸਵਾਲ ਕਰਨਾ ਕਿਵੇਂ ਹੈ। ਸੋ ਇਹ ਮੁਸ਼ਕਿਲ ਹੈ। ਇਹ ਜਿਹੜੀ ਚੋਣਾਂ ਦੇ ਵਿੱਚ ਪਾਰਟੀਸਪੇਟ ਕਰਨ ਨੂੰ ਕਹਿੰਦੇ ਨੇ, ਜਿੱਦੇ ਤੁਸੀਂ ਚੋਣਾਂ 'ਚ ਆ ਗਏ ਜੀ, ਇੱਕ ਤਾਂ ਤੁਸੀਂ ਉਹਦੇ ਧਿਰ ਬਣ ਗਏ। ਅੱਜ ਸਾਰਾ ਕਿਸਾਨ ਜਿਹੜਾ ਉਹ ਮੋਰਚੇ ਨਾਲ ਜੁੜਿਆ ਹੋਇਆ ਹੈ ਜੀ। ਉਹ ਡੈਮੋਕ੍ਰੇਸੀ ਦੀ ਮੂਵਮੈਂਟ ਵੀ ਕੇਂਦਰ ਨੂੰ ਹੱਕ ਨਹੀਂ ਕਾਨੂੰਨ ਬਣਾਉਣ ਦਾ, ਇਹਨਾਂ ਨੇ ਗਲਤ ਬਣਾਤੇ, ਉਸ ਤੋਂ ਇੱਕ ਹੈ। ਜਾਣੀ ਕਿ ਕੇਂਦਰ ਖਿਲਾਫ ਲੜਾਈ 'ਚ ਵੀ ਇੱਕ ਹੋਇਆ ਇਸ ਮਾਮਲੇ ਤੇ ਵੀ ਇਹਨਾਂ ਨੂੰ ਹੱਕ ਹੀ ਨਹੀਂ ਹੈਗਾ। ਪਰ ਜਿੱਦਾਂ ਉਹ ਇੱਕ ਸਿਆਸੀ ਪਾਰਟੀ ਬਣ ਜਾਂਦੇ ਉਹ ਦੂਜੇ ਕਾਂਗਰਸ ਹੋਰ ਜਿਹੜੇ ਕਿਸਾਨ ਕਾਂਗਰਸ ਨੂੰ ਕਾਂਗਰਸ ਚਲੇ ਜਾਣਗੇ, ਅਕਾਲੀ ਵਾਲੇ ਅਕਾਲੀ 'ਚ, ਕਿਉਂਕਿ ਤਾਂ ਧਿਰ ਬਣ ਗਏ ਸਿਆਸੀ। ਸੋ ਇੱਕ ਪ੍ਰੈਸ਼ਰ ਬਹੁਤ ਜ਼ਰੂਰੀ ਹੁੰਦਾ ਹੈ। ਇਹ ਜਿਹੜਾ ਹੈਗਾ ਕਿਸਾਨੀ ਮੋਰਚਾ, ਉਹ ਇੱਕ ਉਹ ਤਾਕਤ ਹੈ ਜਿਹਨੇ ਇਹ ਕਹਿਣਾ ਵੀ ਜਿਹੜਾ ਮਰਜ਼ੀ ਚੁਣਿਆ ਜਾਵੇ, ਅਸੀਂ ਦੇਖਾਂਗੇ ਤੁਸੀਂ ਕੰਮ ਕਿਵੇਂ ਨਹੀਂ ਕਰਦੇ। ਪ੍ਰੈਸ਼ਰ ਗਰੁੱਪ ਤੋਂ ਵੀ ਉੱਪਰ, ਪ੍ਰੈਸ਼ਰ ਗਰੁੱਪ ਸਿਰਫ ਥੋੜੇ ਜਿਹੇ ਕੰਮ 'ਚ ਸਰ ਜਾਂਦਾ। ਉਹ ਕਹਿੰਦਾ ਸਿੱਖਿਆ 'ਚ ਗੜਬੜ ਹੋ ਅਸੀਂ ਤੁਹਾਨੂੰ ਪੁੱਛਾਂਗੇ, ਸਿਹਤ 'ਚ ਗੜਬੜ ਹੋ ਅਸੀਂ ਤੁਹਾਨੂੰ ਪੁੱਛਾਂਗੇ, ਪਰਿਆਵਰਨ 'ਚ ਗੜਬੜ ਹੋ ਅਸੀਂ ਤੁਹਾਨੂੰ ਪੁੱਛਾਂਗੇ, ਖੇਤੀ 'ਚ ਗੜਬੜ ਹੋ ਅਸੀਂ ਤੁਹਾਨੂੰ ਪੁੱਛਾਂਗੇ, ਸੁਈਸਾਈਡ ਕਿਸਾਨਾਂ ਤੇ ਤੁਸੀਂ ਨਹੀਂ ਆਪਦੀ ਪਾਲਿਸੀ ਲਾਗੂ ਕਰਨਗੇ ਅਸੀਂ ਤੁਹਾਨੂੰ ਪੁੱਛਾਂਗੇ, ਪੈਨਸ਼ਨਾਂ ਤੇ ਅਸੀਂ ਤੁਹਾਨੂੰ ਪੁੱਛਾਂਗੇ। ਯਾਨੀ ਕਿ ਪੁੱਛਣ ਵਾਲੀ ਤਾਕਤ ਪਿੱਛੇ ਖੜੀ ਹੋ ਗਈ ਜੇ। ਤੁਸੀਂ ਇੱਕ ਗੱਲ ਦੇਖਣ ਵਾਲੇ ਨੂੰ ਅੱਤ-ਕੱਥ ਨਹੀਂ ਲੱਗੂਗੀ ਬਹੁਤ ਸਾਰਿਆਂ ਨੂੰ। ਗਵਰਨਰ ਰੂਲ ਜਿਨ੍ਹਾਂ ਨੇ ਕਿਹਾ ਸੀ ਇੱਥੇ ਲੱਗ ਸਕਦਾ, ਉਹ ਸੱਚੀ ਮੁੱਚੀ ਲੱਗ ਸਕਦਾ ਸੀ। ਇਸ ਕਰਕੇ ਨਹੀਂ ਲੱਗਿਆ ਕਿ ਕਿਸਾਨੀ ਦਾ ਐਡਾ ਵੱਡਾ ਅੰਦੋਲਨ ਸੀ, ਜਿਹਨੂੰ ਪਹਿਲੇ ਕਹਿੰਦੇ ਪੰਜਾਬੀ ਕਰ ਰਹੇ ਨੇ, ਉਹ ਕਹਿੰਦੇ ਕਲੰਕ ਲੱਗ ਜਾਣਾ, ਇਹ ਸਾਰਿਆਂ ਨੇ ਖੜੇ ਹੋ ਜਾਣਾ। ਤਾਕਤ ਬਹੁਤ ਵੱਡੀ ਤਾਕਤ ਸੀ। ਉਹ ਤਾਕਤ ਨੂੰ ਕੇਂਦਰ ਤਸੱਵਰ ਕਰ ਰਹੇ ਸੀ ਵੀ ਅੰਦਰੋਂ ਪੰਜਾਬੀਆਂ ਦੀ ਤਾਕਤ ਹੈ ਇਹ, ਪੰਜਾਬ 'ਚ ਤਾਂ ਡਰਦੇ ਨੇ ਨਹੀਂ ਲਾਇਆ। ਐਵੇਂ ਇਹ ਇੰਨੇ ਭੜਾ ਮਾਨਸਿਕ ਨਹੀਂ ਸੀ ਕੰਮ, ਨਹੀਂ ਲਾ ਵੀ ਦਿੰਦੇ। ਰੇਲਾਂ ਤੁਸੀਂ ਰੋਕ ਰੱਖੀਆਂ ਨੇ ਹੈ, ਉਹ ਕਹਿੰਦੇ ਯਾਰ ਰੇਲ ਤਾਂ ਭਾਰਤ ਸਰਕਾਰ ਦੀ, ਤਾਂ ਰੇਲ ਨਹੀਂ ਚੱਲਣ ਦਿੰਦੇ। ਪਰ ਡਰ ਦੂਜਾ ਸੀ। ਸੋ ਇਸ ਕਰਕੇ ਤਾਕਤ ਜਿਹੜੀ ਆ ਉਹ ਲੋਕਾਂ ਦੀ ਹੈ। ਅੱਛਾ, ਹੁਣ ਗਰਗ ਸਾਹਿਬ ਇਹ ਦੱਸੋ, ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਸੰਕੇਤਕ ਗੱਲ ਆਖੀ ਹੈ ਕਿ ਇੱਕ ਗਰੁੱਪ ਜਾਂ ਕਈ ਵਿੱਚੋਂ ਕਹਿੰਦੇ ਆ ਕਿ ਚੋਣ ਲੜ ਲੈਣੀ ਚਾਹੀਦੀ ਹੈ ਜੀ। ਹਰਿਆਣੇ ਦੇ ਵੱਡੇ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੂਨੀ, ਪੰਜਾਬ ਦੇ ਵਿੱਚ ਮਿਸ਼ਨ ਪੰਜਾਬ ਆਲਰੇਡੀ ਉਹਨਾਂ ਨੇ ਅਨਾਉਂਸ ਕੀਤਾ ਹੋਇਆ, ਪੰਜਾਬ ਦੇ ਫੇਰੇ ਵੀ ਲਾਉਂਦੇ ਰਹਿੰਦੇ ਆ। ਇਸੇ ਹੀ ਮਸਲੇ ਨੂੰ ਆਧਾਰ ਬਣਾ ਕੇ ਜਦੋਂ ਕਿਸਾਨ ਅੰਦੋਲਨ ਪੂਰੇ ਸਿਖਰਾਂ ਤੇ ਸੀ, ਉਹਨਾਂ ਨੂੰ ਕਈ ਵਾਰੀ ਮੁਅੱਤਲ ਵੀ ਕੀਤਾ ਗਿਆ, ਪਰ ਵਾਰ-ਵਾਰ ਕਹਿੰਦੇ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਨਹੀਂ, ਮੇਰੀ ਨਿੱਜੀ ਰਾਏ ਹੈ। ਤੇ ਆਹੀ ਗੱਲ ਉਹ ਕਹਿੰਦੇ ਹੁੰਦੇ ਸੀ ਕਿ ਕਾਨੂੰਨ ਜਦੋਂ ਬਣਾਉਣੇ ਆ, ਸਾਨੂੰ ਪਤਾ ਅਸੀਂ ਕੀ ਚਾਹੁੰਦੇ ਆ, ਇਸ ਕਰਕੇ ਸਾਡਾ ਵਿਧਾਨ ਸਭਾ 'ਚ ਬੈਠਣਾ ਲਾਜ਼ਮੀ ਹੈ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਜਿਹੜੀ ਤੁਸੀਂ ਹੁਣੀ ਗੱਲ ਕੀਤੀ ਹੈ ਕਿ ਜੇ ਧਿਰ ਹੀ ਬਣਨਾ, ਫਿਰ ਜਿਹੜੇ ਉੱਥੇ ਕਿਸਾਨ ਬੈਠੇ ਨੇ, ਕੋਈ ਆਪ ਨਾਲ ਜੁੜਿਆ ਹੋਇਆ, ਕਿ ਬਸਪਾ ਨਾਲ ਵੀ ਜੁੜਿਆ ਹੋਊ, ਕੋਈ ਅਕਾਲੀਆਂ ਨਾਲ ਜੁੜਿਆ, ਕੋਈ ਕਾਂਗਰਸ ਨਾਲ ਜੁੜਿਆ, ਹਾਂ ਬੀਜੇਪੀ ਨਾਲ ਵੀ ਜੁੜੇ ਹੋਏ ਨੇ। ਹਰਜੀਤ ਹੋਣੀ ਪਤਾ ਹੀ ਆਪ ਨੂੰ ਕਿਸਾਨ ਹੀ ਕਹਿੰਦੇ ਆ, ਭਾਵੇਂ ਥੋੜੇ ਆ ਪਰ ਜੁੜੇ ਹੋਏ ਨੇ। ਤਾਂ ਫਿਰ ਤਾਂ ਉਹਨਾਂ ਦੀ ਆਪਣੇ ਆਪ ਦੇ ਵਿੱਚ ਵੰਡ ਹੋਈ ਨੇ, ਉਹਦੇ ਚਲਾ ਗਿਆ, ਉਧਰ ਚਲਾ ਗਿਆ। ਫਿਰ ਚੜੂਨੀ ਸਾਹਿਬ ਕੀ ਇੱਥੋਂ ਤੱਕ ਸੋਚ ਨਹੀਂ ਰੱਖਦੇ, ਜਾਂ ਚੜੂਨੀ ਸਾਹਿਬ ਕੀ ਮਹਿਸੂਸ ਕਰਦੇ ਆ ਕਿ ਉਹਨਾਂ ਨੇ ਤਾਂ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਜੀ? ਦੇਖੋ, ਜਿੱਥੋਂ ਤੱਕ ਚੜੂਨੀ ਸਾਹਿਬ ਦਾ ਸਵਾਲ ਹੈ, ਕਈ ਨਹੀਂ ਬੜੀ ਗੱਲ ਔਖੀ ਲੱਗਦੀ ਹੈ, ਪਰ ਹੁਣ ਕਹਿਣਾ ਪੈ ਰਿਹਾ, ਮਜਬੂਰੀ ਹੈ, ਕੀ ਕਰੀਏ ਜੀ। ਤੇ ਉਹ ਇਹ ਹੈ ਵੀ ਚੜੂਨੀ ਸਾਹਿਬ ਉਹ ਗੇਮ ਖੇਡ ਰਹੇ ਨੇ। ਇਹ ਤਾਂ ਨਹੀਂ ਮੈਂ ਕਹਾਂਗਾ ਵੀ ਜ਼ਰੂਰ ਉਹ ਬੀਜੇਪੀ ਦੇ ਨਾਲ ਰਲੇ ਹੋਏ ਨੇ, ਪਰ ਗੇਮ ਉਹ ਖੇਡ ਰਹੇ ਨੇ ਜਿਹੜੀ ਬੀਜੇਪੀ ਚਾਹੁੰਦੀ ਹੈ, ਜਿਹੜੀ ਬੀਜੇਪੀ ਨੂੰ ਰਾਸ ਆਉਂਦੀ ਹੈ। ਬੀਜੇਪੀ ਅੱਜ ਪੰਜਾਬ 'ਚ ਇਹ ਕਹਿੰਦੀ ਹੈ ਵੀ ਇੱਥੇ ਮੈਕਸਿਮਮ ਪਾਰਟੀਆਂ ਹੋਰ ਗਰੁੱਪ ਟੁੱਟ-ਫੁੱਟ ਖੜੇ ਕਰ ਦਿਓ ਤਾਂ ਕਿ ਵੋਟਾਂ ਵੰਡੀਆਂ ਜਾਣ ਤੇ ਸਾਨੂੰ ਥੋੜ੍ਹੀਆਂ ਵੋਟਾਂ ਨਾਲ ਸੀਟਾਂ ਵੱਧ ਮਿਲ ਜਾਣ।
ਚਾਹੇ ਉਹ ਜੇ ਪਹਿਲਾਂ 3 ਸੀਟਾਂ ਨੇ ਵੀ ਹੁਣ ਸਾਡੀਆਂ 4 ਹੋ ਜਾਣ, 5 ਹੋ ਜਾਣ, ਵੋਟ 5% ਦੀ 7% ਹੋ ਜੇ। ਹਾਲਾਂਕਿ ਹੈ ਉਹਦੀ ਇਹ ਵੀ ਕਹਾਣ ਮੈਂ ਖਿਆਲੀ, ਉਹ ਜਿਵੇਂ ਉਹ ਨੰਬਰਦਾਰ ਵਾਲੀ ਕਹਾਣੀ ਤੁਸੀਂ ਸੁਣੀ ਹੈਗੀ, ਬਸ ਮਾਂ ਕੌਣ ਬਣੂ ਨੰਬਰਦਾਰ, ਉਹ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ, ਤੇਰੀ ਵਾਰੀ ਨਹੀਂ ਆਉਂਦੀ, ਤੂੰ ਨਹੀਂ ਬਣਦਾ। ਸੋ ਇਹਨਾਂ ਦੀ ਵਾਰੀ ਨਹੀਂ ਆਉਣੀ। ਸੋ ਇਸ ਕਰਕੇ ਚਡੂਨੀ ਸਾਹਿਬ ਦਾ ਜੇ ਆਪਾਂ ਸਿਆਸੀ ਤਜਰਬਾ ਦੇਖੀਏ, ਉਹਨੇ ਕਈ ਪਾਰਟੀਆਂ ਬਦਲੀਆਂ, ਚੋਣਾਂ ਵੀ ਲੜੀਆਂ, ਆਪ ਵੀ ਲੜੀਆਂ, ਘਰ ਵਾਲੀ ਨੇ ਵੀ ਲੜੀਆਂ। ਜੇ ਉੱਥੇ ਉਹਨਾਂ ਨੇ ਕੋਈ ਰੰਗ ਨਹੀਂ ਲਾਇਆ ਉਸ ਹਰਿਆਣੇ 'ਚ, ਇੱਥੇ ਕਿਹੜਾ ਰੰਗ ਲਾ ਦੇਣਾ। ਦੂਜਾ ਮੋਰਚੇ 'ਚ ਵੀ ਅਸੀਂ ਜੇ ਗੱਲ ਕਰੀਏ ਕੰਟਰੀਬਿਊਸ਼ਨ ਹੈਗੀ ਹੈ, ਪਰ ਜੋ ਸੋਚਣ ਉਹਨਾਂ ਕੱਲਿਆਂ ਦੀ ਹੈ। ਕੈਥਲ 'ਚ ਉਹਨਾਂ ਨੇ ਮੋਰਚਾ ਵਿਡਰਾ ਕਰ ਲਿਆ ਸੀ, ਜਿਹੜਾ ਉਹ JJP ਦੇ ਖਿਲਾਫ। ਆ ਸਰਸੇ ਦੇ ਵਿੱਚ ਜਿਹੜਾ ਹੁਣ ਹੋਇਆ, ਸਰਸਾ ਦੇ ਵਿੱਚ, ਉੱਥੇ ਫਿਰ ਇਹੀ ਗੱਲ, ਚਡੂਨੀ ਸਾਹਿਬ ਨਹੀਂ ਗਏ ਉੱਥੇ, ਉੱਥੇ ਟਕੈਤ ਸਾਹਿਬ ਆਏ ਨੇ ਜੀ, ਤੇ ਉਹ ਦੋਨੇ ਇਹਨਾਂ ਦੇ ਵਿਡਰਾ ਕਰਨ ਦੇ ਬਾਵਜੂਦ ਉਹ ਜਿੱਤੇ ਨੇ। ਇਹਨੂੰ ਤਾਂ ਉੱਥੋਂ ਵਾਪਸ ਲੈ ਲਿਆ ਸੀ। ਸੋ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਦੀ ਜਿਹੜੀ ਟੋਟਲ ਸਮਝ ਹੈ, ਸਮਝ ਪੱਕੇ। ਮੈਂ ਡਾਕਟਰ ਹਾਂ, ਜੇ ਇੱਕ ਮਰੀਜ਼ 4 ਵਾਰੀ ਮੇਰੇ ਕੋਲ ਆ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ, ਮੈਂ ਹਰ ਵਾਰੀ ਜਿਹੜਾ ਆਪਰੇਸ਼ਨ ਕਰਿਆ ਉਹ ਮਰੀਜ਼ ਫੇਲ ਹੋ ਗਿਆ, ਬਿਮਾਰ ਰਿਹਾ, ਜਾਂ ਉਹਦਾ ਇਲਾਜ ਨਾ ਹੋਇਆ, ਕਿ ਫਿਰ ਮੈਂ ਕਹਾਂ ਵੀ ਹੁਣ ਮੈਂ ਹੋਰ ਨਵੀਂ ਥਾਂ ਦੇ ਉੱਤੇ ਜਾ ਕੇ ਹਸਪਤਾਲ ਖੋਲ ਕੇ ਇਲਾਜ ਕਰਨ ਨੂੰ, ਤਾਂ ਉਹਨਾਂ ਨੂੰ ਪਤਾ ਹੋਵੇ ਨਾ ਉਹਨਾਂ ਨੂੰ ਪਤਾ ਹੋਵੇ ਵੀ ਇਹ ਉੱਥੇ ਫੇਲ ਹੋ ਕੇ ਆਇਆ। ਜੇ ਤਾਂ ਪਤਾ ਨਾ ਹੋਵੇ ਤਾਂ ਗੱਲ ਵੱਖਰੀ ਹੈ, ਫਿਰ ਉਹ ਮੇਰੇ ਤੋਂ ਕਿਉਂ ਆਉਣਗੇ। ਸੋ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਚਡੂਨੀ ਸਾਹਿਬ ਨੇ ਤਾਂ ਉੱਥੇ ਆ ਕੁਛ ਕਰਿਆ। ਸੋ ਇਹ ਚਡੂਨੀ ਸਾਹਿਬ ਨੂੰ ਇਹ ਭੁਲੇਖਾ ਹੈ। ਔਰ ਚਡੂਨੀ ਸਾਹਿਬ ਨਾਲ ਜੁੜੇ ਕੌਣ ਨੇ? ਜੁੜੇ ਉਹ ਨੇ ਜਿਨ੍ਹਾਂ ਨੇ 26 ਤਰੀਕ ਨੂੰ ਭੜਵਿੱਛੂਪਣਾ ਕਰਿਆ ਸੀ। ਹੁਣ ਜਦ ਤੁਸੀਂ ਜੋੜੇ ਤਾਂ ਉਹ ਬੰਦੇ, ਉਹਨਾਂ ਤੇ ਦੋਸ਼ ਲੱਗਦੇ ਨੇ BJP ਨਾਲ ਰਲੇ ਹੋਏ ਨੇ। ਸੋ ਅੱਜ ਇਹ ਚਡੂਨੀ ਸਾਹਿਬ ਦਾ ਇੱਥੇ ਇਹ ਕਹਿਣਾ, ਇੱਥੇ ਅਨਾਉਂਸ ਕਰਨੇ ਕੈਂਡੀਡੇਟ, ਇੱਥੇ ਆ ਕੇ ਬਾਰ-ਬਾਰ ਆਪਣੇ ਗਰੁੱਪ ਬਣਾਉਣੇ, ਪਾਰਟੀਆਂ ਬਣਾਉਣੀਆਂ, ਇਹ ਨਾ ਚੰਗਾ ਹੈ, ਨਾ ਇਹਨਾਂ ਨੂੰ ਨੈਤਿਕ ਤੌਰ ਤੇ ਕਰਨਾ ਚਾਹੀਦਾ, ਨਾ ਇਹਨਾਂ ਨੂੰ ਉਸ ਦੇ ਉੱਤੇ, ਪਰ ਉਹ ਕਰ ਰਹੇ ਨੇ। ਆਪਾਂ ਕਿਸੇ ਨੂੰ ਰੋਕ ਤਾਂ ਨਹੀਂ ਨਾ ਸਕਦੇ, ਜਿਵੇਂ ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਫਿਰ ਹੁਣ ਉਹ ਤਾਂ ਇਤਿਹਾਸਕ ਸੰਦਰਭ ਵਿੱਚ ਮੈਂ ਕਹਿ ਰਿਹਾ। ਉਹਦੇ ਵਿੱਚ ਮੈਂ ਇੱਕ ਵਾਰੀ ਕਹਾਣੀ ਸੁਣਦੇ ਪੁੱਛਿਆ ਵੀ ਜੋ ਦਿਸਟਰ ਇੰਨੇ ਸਿਆਣੇ ਸੀਗੇ, ਸੱਚਪੁੱਤ ਸੀਗੇ, ਇੰਨੇ ਵਿਦਵਾਨ ਸੀਗੇ, ਉਹਨਾਂ ਨੇ ਆਪਣੀ ਜਨਾਨੀ ਵੀ ਦਾਅ ਤੇ ਲਾਤੀ। ਉਹ ਜਨਾਨੀ ਉਹਨਾਂ ਦੀ ਹੈ ਵੀ ਨਹੀਂ ਸੀ। ਤੇ ਉਹਦੇ ਜੇ ਮੰਨ ਲਓ ਚਲੋ 5 ਪਾਂਡਵਾਂ ਦੀ ਸੀ, ਤਾਂ ਵੀ ਤਾਂ ਉਹ ਬਾਕੀ ਵੀ ਤਾਂ ਉਹਦਾ ਹਿੱਸਾ ਹੈ। ਤੇ ਵੀ ਮੈਨੂੰ ਫਿਰ ਇੱਕ ਬਜ਼ੁਰਗ ਨੇ ਕਿਹਾ ਜੀ, ਕਹਿੰਦੇ ਦੁੱਧ ਤੇ ਬੁੱਧ ਪ੍ਰਸਤ ਹੁੰਦਿਆਂ ਦੇਰ ਨਹੀਂ ਲੱਗਦੀ। ਤਾਂ ਉਹ ਜਿਹਾ ਮੈਨੂੰ ਲੱਗਦਾ ਕੋਈ ਵੀ ਦੁੱਧ ਤੇ ਬੁੱਧ ਦਾ ਕੀ ਕਹਿ ਸਕਦੇ। ਅੱਛਾ, ਹੁਣ ਇਹ ਦੱਸਿਓ, ਅਚਨਚੇਤ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਹੋ ਗਿਆ ਜੀ। ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚੋਂ ਇਹ ਸੰਘਰਸ਼ ਉੱਠਿਆ ਸੀ ਜੀ, ਤੇ ਮੋਦੀ ਸਾਹਿਬ ਨੇ ਦਰਅਸਲ ਇਹਨੂੰ ਪੰਜਾਬ ਦਾ ਦੱਸਣ ਦੀ ਕੋਸ਼ਿਸ਼ ਵੀ ਕੀਤੀ ਹੈ ਜੀ। ਆਪਾਂ ਪਿਛਲੇ ਪ੍ਰੋਗਰਾਮਾਂ 'ਚ ਜ਼ਿਕਰ ਕਰਦੇ ਸੀ, ਗੁਰਪੁਰਬ ਦਾ ਦਿਨ ਉਚੇਚੇ ਤੌਰ ਤੇ ਚੁਣਿਆ ਗਿਆ। ਉਹਦੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੋਲ੍ਹਣ ਵਾਸਤੇ ਵਫਦ ਮਿਲਦਾ ਹੈ, ਤੇ ਉਸ ਵਫਦ ਦੇ ਸਿਰ ਦਰਅਸਲ ਸਿਹਰਾ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਮਿਲੇ ਭਾਈ ਇਹੀ ਤਾਕਤਵਰ ਨੇ, ਜਾਂ ਜਿਹਦੀ ਕੇਂਦਰ 'ਚ ਸਰਕਾਰ ਆ ਉਹਦੀ ਉਹ ਸਰਕਾਰ ਪੰਜਾਬ 'ਚ ਬਣਾਓਗਾ। ਦੇਖ ਲਓ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਵਾਸਤੇ ਆਏ ਸੀ, ਮੰਨ ਲਈ। ਕਿਸਾਨੀ ਕਾਨੂੰਨਾਂ ਬਾਰੇ ਆਏ ਸੀ, ਅਸੀਂ ਸੁਣ ਲਈ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਹੈ ਪੰਜਾਬ ਦੇ, ਉਹ ਜਿੰਨੀ ਦੇਰ ਤੱਕ ਉਹਨੇ ਪਾਰਟੀ ਨਹੀਂ ਵੀ ਸੀ ਬਣਾਈ, ਪ੍ਰਧਾਨ ਮੰਤਰੀ ਜੀ ਨਾਲ, ਅਮਿਤ ਸ਼ਾਹ ਹੋਰਾਂ ਨਾਲ ਮੁਲਾਕਾਤ ਕਰੀ, ਉਸੇ ਦਿਨ ਕਹਿ ਦਿੱਤਾ ਸੀ ਕਿ ਕਾਨੂੰਨਾਂ ਦਾ ਮਸਲਾ ਹੱਲ ਕਰ ਲਾਂਗੇ ਤੇ ਅਸੀਂ ਗੱਠਜੋੜ ਕਰ ਲਾਂਗੇ। ਫਿਰ ਬਾਅਦ ਦੇ ਵਿੱਚ ਇੱਕ ਵਾਰੀ ਕਲਟੀ ਵੀ ਮਾਰ ਗਏ ਸੀ। ਹੁਣ ਵਾਰ-ਵਾਰ ਉਹ ਕਹਿੰਦੇ ਆ ਕਿ ਮੈਂ ਇਹਨਾਂ ਵਾਸਤੇ ਪ੍ਰਚਾਰ ਕਰੂੰ, ਪ੍ਰਧਾਨ ਮੰਤਰੀ ਜੀ ਮੇਰੇ ਵਾਸਤੇ ਕਰਨ, ਤੇ ਕਹਿੰਦੇ ਹੁਣ ਕੋਈ ਹਰਜੀ ਹੈ ਨਹੀਂ, ਇਹਨਾਂ ਨਾਲ ਅਸੀਂ ਗੱਠਜੋੜ ਕਰ ਲੈਣਾ। ਤੇ ਲੱਗਦਾ ਹੈ ਕਿ ਤੁਹਾਨੂੰ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਲੱਗਦਾ ਹੈ ਕੰਧ ਤੇ ਪੜ੍ਹਿਆ ਨਜ਼ਰ ਆ ਰਿਹਾ, ਲਿਖਿਆ ਹੋਇਆ, ਕਿ ਗੱਠਜੋੜ ਕਰਨਗੇ। ਕਿ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਵਿਸ਼ਵਾਸ ਕਰਕੇ ਦੁਬਾਰਾ ਕੁਰਸੀ ਤੇ ਬਿਠਾ ਸਕਦੇ ਆ? ਕੈਪਟਨ ਅਮਰਿੰਦਰ ਸਿੰਘ ਨੂੰ ਅਸਲ 'ਚ ਨਾ ਬੜਾ ਹੀ ਮੈਂ ਕਹਾਂਗਾ, ਇਹਨਾਂ ਦੀ ਅੱਖਾਂ ਅੱਗੇ ਸਨੋਂ ਫੁੱਟ ਗਈ। ਇਹਨਾਂ ਨੂੰ ਸਾਵਨ ਦੇ ਅੰਨੇ ਨੂੰ ਜਿਵੇਂ ਕਹਿੰਦੇ ਹਰਾ ਹੀ ਹਰਾ ਦਿਖਦਾ। ਕੈਪਟਨ ਸਾਹਿਬ ਦੀ ਬੜੀ ਤਾਕਤ ਸੀ ਇੱਕ ਜ਼ਮਾਨੇ 'ਚ ਪੰਜਾਬ 'ਚ, ਲੋਕ ਕੋਠਾਂ 'ਤੇ ਖੜੇ ਹੋ ਕੇ ਦੇਖਦੇ ਸੀ ਔਰ ਇਹਨੂੰ ਹੀਰੋ ਮੰਨਦੇ ਸੀ ਪੰਜਾਬ ਦਾ, ਇਹ 'ਚ ਕੋਈ ਸ਼ੱਕ ਨਹੀਂ, ਚੋਣਾਂ 'ਚ ਵੀ। ਪਰ ਇਹਨਾਂ ਨੇ 2 ਚੋਣਾਂ 'ਚ ਜਦ ਇਹਨਾਂ ਨੂੰ ਲੋਕ ਤਾਂ ਹੀਰੋ ਮੰਨਦੇ ਸੀ, ਇਹਨਾਂ ਨੇ ਸੋਚਿਆ ਮੈਂ ਤਾਂ ਹੀਰੋ ਹਾਂ, ਅੰਦਰਲੇ ਵੱਢਣੇ ਸ਼ੁਰੂ ਕਰਤੇ। ਆ ਬੀਬੀ ਭੱਟਰ ਨੂੰ ਹਰਾ ਦਿਓ, ਫਲਾਣੇ ਨੂੰ ਹਰਾ ਦਿਓ। ਉਹਦੇ 'ਚ ਕੀ ਹੋਇਆ, ਆਪਣੀ ਤਾਕਤ ਘਟਾਈ ਹੈ। 2007 ਦੇ ਵਿੱਚ 44 ਸੀਟਾਂ ਜਿੱਤ ਕੇ 14 ਤੇ 15 ਹੀ ਹੋਰ ਚਾਹੀਦੀਆਂ ਸੀ, 16 ਸੀਟਾਂ ਤੇ 200 400 500 ਵੋਟ ਤੇ ਹਾਰੇ। ਥੋੜਾ ਮਾਰਜਨ। ਹਾਂ, 2012 ਚ ਵੀ ਇਹੀ ਹੋਇਆ। 2012 ਦੀ ਇੱਕ ਛੋਟੀ ਜਿਹੀ ਹੋਰ ਗੱਲ ਸੁਣਾ ਦਿੰਦਾ। ਨਵਜੋਤ ਕੌਰ ਸਿੱਧੂ ਜੀ, BJP ਸੀ ਉਦੋਂ ਇਹ ਜੀ। ਨਵਜੋਤ ਕੌਰ ਸਿੱਧੂ ਨੇ 33000 ਵੋਟ ਲਈ ਅੰਮ੍ਰਿਤਸਰ ਚੋਂ। ਇਹਨਾਂ ਦੀਆਂ 2 ਬੀਬੀਆਂ ਖੜੀਆਂ ਹੋ ਗਈਆਂ, ਕੈਪਟਨ ਦੀ ਦੂਜੀ ਖੜੀ ਕਰੀ ਆਪਦੀ ਵਿਰੋਧੀ ਨਾਲ ਦੀ, ਤੇ ਇੱਕ ਨੂੰ 27000 ਮਿਲ ਗਈ, ਇੱਕ ਨੂੰ 28000।
ਕਾਂਗਰਸ 55,000 ਵੋਟ ਲੈ ਕੇ ਹਾਰ ਗਈ, ਉਹ 33 ਲੱਖ ਜਿੱਤ ਗਈ। 33,000 ਲੈ ਕੇ ਜਿੱਤ ਗਈ। ਇੱਥੇ ਬੀਬੀ ਡੁੰਬਾ ਜਿੱਤੀ ਸ਼ਤਰਾਣੇ 'ਚ 735 ਵੋਟਾਂ ਤੇ। ਇੱਕ ਹੋਰ ਜਿੱਤਿਆ ਅਕਾਲੀ ਲੀਡਰ 57 ਵੋਟਾਂ ਤੇ। ਸੋ ਇਹ ਜਿਹੜਾ ਹੈਗਾ ਇਹ ਕੈਪਟਨ ਸਾਹਿਬ ਨੇ ਜਦੋਂ ਆਪਦੇ ਹੀ ਹਰਾਉਣੇ ਸ਼ੁਰੂ ਕਰਤੇ ਤੇ ਉਦੋਂ ਹਾਰ ਪੱਲੇ ਪਈ ਜੀ। ਫਿਰ 2012 ਚ ਵੀ ਹਾਰ ਇਦਾਂ ਹੀ ਪੱਲੇ ਪਈ। ਸੋ ਕੈਪਟਨ ਸਾਹਿਬ ਫਿਰ 4.5 ਸਾਲ ਇੱਕ ਵਾਰੀ ਮੰਨ ਲਿਆ ਵੀ ਚੱਲ ਤੂੰ ਬਣ ਜਾ, ਦਵਾ ਦੂ ਦੇ ਕੇ 77 ਦਿੱਤੀਆਂ 78 ਤੇ 4.5 ਸਾਲ ਚ ਉੱਥੋਂ ਨਿਕਲੇ ਹੀ ਨਹੀਂ ਸੀ ਸਵਾ ਫਾਰਮ ਚੋਂ। ਪਹਿਲੇ ਦਿਨ ਹੀ ਮੋਰਲ ਗਿਰਾਵਟ ਹੋ ਗਈ। ਲੋਕਾਂ ਦੇ 100 ਤਰ੍ਹਾਂ ਦੇ ਰਿਲੇਸ਼ਨ ਹੁੰਦੇ ਨੇ, ਦੁਨੀਆ ਨੂੰ ਪਤਾ ਵੀ ਹੁੰਦਾ ਹੈ ਜੀ, ਪਰ ਉਹ ਜੱਗਰ ਹੋ ਕੇ ਨਹੀਂ ਖੜਦੇ। ਜਿੱਦੇ ਜੱਗਰ ਹੋ ਕੇ ਖੜਨਾ ਸ਼ੁਰੂ ਹੋ ਜਾਣਾ ਉਦੋਂ ਫਿਰ ਲੋਕ ਬੋਲੀਆਂ ਮਾਰਦੇ ਨੇ, ਉਦੋਂ ਨੂੰ ਮਾੜਾ ਕਹਿਣ ਲੱਗ ਜਾਂਦੇ ਪਬਲਿਕਲੀ। ਇਹਨਾਂ ਨੇ ਪਹਿਲੇ ਦਿਨ ਹੀ ਆਪਦੀ ਨੈਤਿਕ ਗਿਰਾਵਟ ਕਰ ਲਈ ਜਿੱਦਾਂ ਇਹਨਾਂ ਨੇ ਉੱਥੇ ਆਪਣੀ ਸਹੇਲੀ ਨੂੰ ਬਿਠਾ ਲਿਆ ਸਹੁੰ ਖਾਣ ਵਾਸਤੇ, ਨਾ ਸਹੁੰ ਚੁੱਕਣ ਵੇਲੇ ਮੂਹਰੇ ਬੈਠੀ ਸੀ ਕੁਰਸੀ ਪਹਿਲੀ ਕਤਾਰ 'ਚ। ਇਹ ਪਹਿਲੀ ਜਿਹੜੀ ਸੀ ਇਹ ਨੈਤਿਕ ਤੌਰ ਤੇ ਵੀ ਗਲਤ ਸੀ, ਇਹ ਸੰਵਿਧਾਨਕ ਤੌਰ ਤੇ ਵੀ ਗਲਤ ਸੀ, ਕਿਉਂਕਿ ਉਹਦੇ ਉੱਤੇ ਦੋਸ਼ ਲੱਗਦੇ ਸੀ ਕਿ ਉਹ ਪਾਕਿਸਤਾਨ ਦੀ ਮਿਲਟਰੀ ਇੰਟੈਲੀਜੈਂਸ ਦੀ ਪੱਤਰਕਾਰ ਹੈ। ਸੱਚ ਹੈ ਝੂਠ ਹੈ, ਪਰ ਜੇ ਦੋਸ਼ ਲੱਗੇ ਤਾਂ ਲੱਗ ਗਿਆ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕੈਪਟਨ ਸਾਹਿਬ ਨੇ 4 ਸਾਲਾਂ 'ਚ ਆਪਣਾ ਨੈਤਿਕ ਸੰਵਿਧਾਨਕ ਆਪਣੀ ਤਾਕਤ ਦੇ ਤੌਰ ਤੇ ਉਹ ਲੂਜ਼ ਕਰੇ ਨੇ। ਕਿ ਅਗਲਾ ਗੱਲ ਇਹ ਆ ਗਈ ਵੀ ਪ੍ਰਸ਼ਾਸਨ ਇਹ ਡੀਸ ਤੇ ਦਿੰਦੇ ਨੇ, ਯਾਨੀ ਕਿ ਇਹ ਵੀ ਗੱਲ ਕਰਤੀ ਵੀ ਮੈਂ ਚੁਣੇ ਹੋਏ ਲੀਡਰ ਦੇ ਵੀ ਕਾਬਲ ਨਹੀਂ ਆ, ਮੈਂ ਤਾਂ ਕਿਸੇ ਹੋਰ ਦੇ ਹਾੜੇ ਕੱਢ ਕੇ। ਇਹ ਲੋਕਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਸੁਰੇਸ਼ ਕੁਮਾਰ ਦੇ ਘਰੇ ਜਾ ਕੇ ਬੈਠੇ ਰਹੇ, ਉਹ ਰੋਜ਼ ਰੁੱਸ ਜਾਂਦਾ ਸੀ। ਜਿਵੇਂ ਕੈਪਟਨ ਸਾਹਿਬ ਕਾਂਗਰਸ ਨੂੰ ਰੁੱਸ ਕੇ ਦਬਾ ਦਿੰਦੇ ਸੀ, ਥੱਲੇ ਵੀ ਦਵਾਈ ਚੱਲੋ, ਰੋਜ਼ ਰੁੱਸ ਕੇ ਘਰੇ ਬਹਿ ਜਾਣਾ, ਇਹਨਾਂ ਜਾ ਕੇ ਮਨਾਉਣਾ। ਇੱਕ ਵਾਰੀ ਇਹ ਹੋਇਆ, ਮੈਂ ਕਹਿਣਾ ਪੈ ਰਿਹਾ ਇਹ ਚਲੇ ਗਏ ਉਹਦੇ ਘਰੇ, ਉੱਥੇ ਹੈ ਨਹੀਂ ਉਹ, ਉਹਨੂੰ ਫੋਨ ਕਰਦੇ ਨੇ ਵੀ ਕਿੱਥੇ ਆ, ਚੀਫ ਸੈਕਟਰੀ ਨਾਲ, ਇਹਨਾਂ ਦਾ ਆਪਦਾ ਸੈਕਟਰੀ ਨਾਲ, ਪ੍ਰਿੰਸੀਪਲ ਸੈਕਟਰੀ ਸੀਐਮ ਦਾ ਤੇ ਸੈਕਟਰੀ ਸੌਰੀ, ਉਹ ਫੋਨ ਕਰਦੇ ਕਹਿੰਦਾ ਜੀ ਮੈਂ ਤਾਂ ਕਰਨਾਲ ਲੱਗ ਗਿਆ, ਮੈਂ ਤਾਂ ਦਿੱਲੀ ਜਾ ਰਿਹਾ। ਕਹਿੰਦੇ ਅਸੀਂ ਉਰੀ ਬੈਠੇ ਤੂੰ ਆ ਜਾ ਵਾਪਸ। ਹੁਣ ਲਾ ਲਓ ਕਰਨਾਲ ਤੋਂ 1.5 ਘੰਟਾ 2 ਘੰਟੇ ਤਾਂ ਲੱਗਣਗੇ ਤੇ ਬੈਠੇ ਰਹੇ ਉਹਦੇ ਘਰੇ। ਇਸ ਤੋਂ ਵੱਡੀ ਗੱਲ ਕੀ ਹੋਏਗੀ? ਮੈਂ ਤੁਹਾਨੂੰ ਟਾਈਮ ਦਿੱਤਾ ਸੀ, ਹੁਣ ਮੈਂ ਉਰੇ ਹੋਵਾਂ ਹੀ ਨਾ, ਇਹ ਆਪੇ ਹਿਸਾਬ ਲਾ ਲਓ ਮੈਂ ਤੁਹਾਡੀ ਕਿੰਨੀ ਕਦਰ ਕਰਨਾ। ਜੇ ਮੈਂ ਇੱਥੇ ਦੇਖਦਾ ਵੀ ਹਾਲਾਂਕਿ ਅਸੀਂ ਲਗਭਗ ਅੱਧਾ ਘੰਟਾ ਲੇਟ ਸੀ ਸਮੇਂ ਦੇ ਨਾਲ, ਤੁਸੀਂ ਉਧਰੋਂ ਮਾੜੀ ਜੀ ਬੈਲ ਮਾਰੀ ਤੇ ਮੈਨੂੰ ਇਮੀਡੀਏਟਲੀ ਹੋ ਗਿਆ ਵੀ ਇਹੀ ਨਾ ਹੁਣ ਤੇ ਮੈਂ ਤੁਹਾਡੇ ਸਾਹਮਣੇ, ਤੁਸੀਂ ਉਧਰੋਂ ਆ ਰਹੇ ਹੋ, ਮੈਂ ਇੱਧਰ ਗੇਟ ਖੋਲ ਰਿਹਾ ਸੀ। ਇੱਥੇ ਸੀ ਮੈਂ ਉੱਠ ਕੇ ਇਮੀਡੀਏਟਲੀ ਗੇਟ ਖੋਲ ਰਿਹਾ ਸੀ। ਕਿਉਂਕਿ ਮੇਰੇ ਗੈਸਟ ਨੇ, ਮੇਰੀ ਡਿਊਟੀ ਬਣਦੀ ਹੈ। ਤੇ ਜਿਹੜਾ ਬੰਦਾ 2 ਘੰਟੇ ਵੇਟ ਕਰਾਵੇ ਤੁਹਾਡੀ, ਚਾਹੇ ਕੋਈ ਵੀ ਕਾਰਨ ਹੈ, ਇਹਦਾ ਮਤਲਬ ਤੁਹਾਨੂੰ ਫਿਰ ਉਹਦੇ ਤੋਂ ਬਿਊਰੋਕਰੇਟ ਹੈ, ਉਹ ਕਹਿੰਦੇ ਲੋਕਾਂ ਨੂੰ ਜਵਾਬ ਦੇ ਆ। ਫਿਰ ਉਹ ਰਿਟਾਇਰ ਹੋਇਆ, ਉਹ ਤਾਂ ਸਰਕਾਰ ਨੂੰ ਵੀ ਜਵਾਬ ਦੇ ਨਹੀਂ, ਉਹ ਤਾਂ ਕ੍ਰਿਮੀਨਲ ਕੇਸ ਹੀ ਬਣ ਸਕਦਾ ਜੇ ਬਣੇ। ਸੋ ਇਸ ਕਰਕੇ ਤੁਸੀਂ ਜਦੋਂ ਉਹੋ ਜਿਹੇ ਬੰਦੇ ਨੂੰ ਸਰਕਾਰ ਫੜਾਤੀ ਔਰ ਮੰਤਰੀ ਉਹਦੇ ਸਾਹਮਣੇ ਸੰਤਰੀ ਬਣੇ ਖੜੇ ਨੇ, ਇਹ ਭੁਲੇਖਾ ਇਹਨਾਂ ਨੂੰ। ਹਾਂ, ਕੋਈ ਸੋਚੇ ਵੀ ਚੱਲ ਯਾਰ ਇੱਧਰ ਹਲਵਾ ਮੁੰਡਾ ਪਕਾ ਲਾਂਗੇ, ਕਿਉਂਕਿ ਅੱਜ ਕੱਲ੍ਹ ਸਿਆਸਤ ਦਾ ਬਹੁਤ ਹੈ। ਉਹ ਬੇਸ਼ੱਕ ਜਾਣ 2 ਬੰਦੇ ਇਹਨਾਂ ਨਾਲ, ਕੈਪਟਨ ਸਾਹਿਬ ਦੀ ਕੋਈ ਤਾਕਤ ਨਹੀਂ ਹੈ ਪੰਜਾਬ 'ਚ, ਨਾ ਉਹਨਾਂ ਨੂੰ ਇਹ ਖਾਮਖਿਆਲੀ ਰਹਿਣੀ ਚਾਹੀਦੀ ਹੈ, ਪਰ ਭੁਲੇਖਾ ਬਹੁਤਾਂ ਨੂੰ ਪੈਂਦਾ ਰਹਿੰਦਾ ਹੈ ਤੇ ਉਸ ਭੁਲੇਖੇ 'ਚ ਖੁਸ਼ ਰਹਿ ਸਕਦੇ। ਅੱਛਾ, ਹੁਣ ਗੱਲ ਭੁਲੇਖੇ ਦੀ ਆਈ ਹੈ, ਇਹਨਾਂ ਨੂੰ ਬਦਲ ਕੇ ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣਾ ਦਿੱਤੇ। ਕਦੇ ਰਾਤ ਨੂੰ ਜਾਂਦੇ ਨੇ ਗਾਂ ਕੱਢ ਦਿੰਦੇ ਆ, ਕਦੇ ਕਹਿੰਦੇ ਮੈਨੂੰ ਗੁੱਲੀ ਡੰਡਾ ਖੇਡਣਾ ਆਉਂਦਾ, ਕਦੇ ਕਹਿੰਦੇ ਮੈਨੂੰ ਮੰਜੇ ਬੁਣਨੇ ਆਉਂਦੇ ਨੇ, ਮੰਜੇ 'ਚ ਬੁਣਤੀ ਪਾਉਣੀ ਆਉਂਦੀ ਹੈ। ਦੱਸਿਓ ਕਿ ਉਹ ਮੰਜਿਆਂ ਦੀ ਬੁਣਤੀ ਵਾਸਤੇ, ਰਿਕਸ਼ਾ ਚਲਾਉਣ ਵਾਸਤੇ ਜਾਂ ਟੈਂਟ ਗੱਡਣ ਵਾਸਤੇ, ਕਹਿੰਦੇ ਮੈਨੂੰ ਟੈਂਟ ਵੀ ਲਾਉਣਾ ਆਉਂਦਾ, ਇਹਦੇ ਵਾਸਤੇ ਕੁਰਸੀ ਤੇ ਬੈਠੇ ਨੇ ਜਾਂ ਪੰਜਾਬ ਦੇ ਮੁੱਦੇ ਹੱਲ ਕਰਨ ਵਾਸਤੇ ਬੈਠੇ ਨੇ, ਜਾਂ ਇਹ ਕਹਿ ਕੇ ਦੱਸਣਾ ਕੀ ਚਾਹੁੰਦੇ ਆ ਜੀ? ਮੈਂ 2 ਗੱਲਾਂ ਛੋਟੀ ਕਹਾਂਗਾ। ਆਉਣ ਦਿਓ। ਇੱਕ ਤਾਂ ਇਹ ਸਾਰੇ ਕੰਮ ਮੈਨੂੰ ਵੀ ਆਉਂਦੇ ਨੇ ਤੇ ਇਹਦਾ ਮਤਲਬ ਥੋੜਾ ਮੈਂ ਸਰਜਰੀ ਛੱਡ ਕੇ ਕੰਮ ਕਰਨ ਲੱਗ ਜੂਗਾ। ਮੈਂ ਆਪਰੇਸ਼ਨ ਕਰਨ ਦੀ ਬਜਾਏ ਇਹ ਕਹਾਂ ਵੀ ਮੈਨੂੰ ਤਾਂ ਕਿਉਂਕਿ ਮੈਨੂੰ ਮੰਜਾ ਬੁਣਨਾ ਆਉਂਦਾ, ਹੁਣ ਮੈਂ ਮੰਜਾ ਬਣੂ ਤੇ ਤੇਰੇ ਪੇਟ ਨੂੰ ਨਹੀਂ ਬੁਣਨਾ, ਜਾਂ ਮੈਨੂੰ ਟਾਕੀ ਲਾਉਣੀ ਆਉਂਦੀ ਹੈ, ਮੈਂ ਤੇਰੇ ਹਰਨੀਏ ਦੀ ਟਾਕੀ ਨਹੀਂ ਲਾਉਣੀ, ਮੈਂ ਤਾਂ ਚਾਦਰ ਦੀ ਟਾਕੀ ਲਾਉਂਗਾ। ਇਹ ਨਹੀਂ ਹੁੰਦਾ ਜੀ। ਇੱਕ ਤਾਂ ਇਹ। ਦੂਜੀ ਗੱਲ, ਇੱਕ ਹੋਰ ਉਦਾਹਰਨ ਦਿੰਦਾ। ਮੈਨੂੰ ਕਿਸੇ ਨੇ ਕਿਹਾ ਇੱਕ ਮੰਤਰੀ ਬਾਰੇ, ਲੇਡੀ ਮੰਤਰੀ ਸੀ, ਕਹਿੰਦੇ ਜੀ ਉਹ ਤਾਂ ਬੜੀ ਕਮਾਲ ਦੀ ਹੈ। ਮੈਂ ਕੀ ਕਮਾਲ ਹੋ ਗਈ? ਪੱਤਰਕਾਰ ਸੀ, ਸੀਨੀਅਰ ਮਿੱਤਰ ਸੀ ਸਾਡੇ, ਜਿਵੇਂ ਤੁਸੀਂ ਕਹਿ ਲਓ। ਤੇ ਕਹਿੰਦਾ ਜੀ ਮੈਂ ਐਮਐਲਏ ਹੋਸਟਲ ਗਿਆ ਤੇ ਉਹਨੇ ਇੱਕ ਤਾਂ ਫਲੈਟ ਨਹੀਂ ਲਿਆ ਹੋਇਆ। ਮੈਂ ਅੱਛਾ ਠੀਕ ਹੈ, ਚਲੋ ਕੋਈ ਨਹੀਂ, ਕੱਢੀ ਆ ਫਲੈਟ ਨਹੀਂ ਲਿਆ ਤਾਂ ਕਿ ਕਹਿੰਦਾ ਗੋਭੀ ਕੱਟ ਰਹੀ ਸੀ ਉਹ। ਮੈਂ ਕਿਹਾ ਭਰਾਵਾ ਉਹਨੂੰ ਗੋਭੀ ਕੱਟਣ ਵਾਸਤੇ ਮੰਤਰੀ ਨਹੀਂ ਬਣਾਇਆ, ਗੋਭੀ ਤਾਂ ਕੋਈ ਵੀ ਕੱਟੀ ਜਾਊਗਾ, ਉਹਨੂੰ ਮੰਤਰੀ ਬਣਾਇਆ ਸਿਹਤ ਵਾਸਤੇ। ਸਿਹਤ ਤਾਂ ਲੋਕਾਂ ਦੀ ਠੀਕ ਨਹੀਂ ਹੋ ਰਹੀ, ਉਹ ਗੋਭੀ ਕੱਟਣ ਨੂੰ ਤਾਂ ਤਾਰੀਫ ਕਰੀ ਜਾਂਦਾ। ਏਦਾਂ ਹੀ ਇੱਕ ਸੈਕਟਰੀ ਸੀਗੇ ਬੜੇ ਤਕੜੇ ਜੀ, ਉਹ ਜੀ ਆਪ ਹੀ ਐ ਟਾਈਪ ਕਰਦਾ ਕਰਨ ਹਰੇਕ ਚਿੱਠੀ, ਆਪ ਹੀ ਸਾਰੇ।
ਮੇਰੀ ਉਹਨਾਂ ਨਾਲ ਬੜੀ ਬਣਦੀ ਸੀ। ਮੈਂ ਗਿਆ ਅੰਦਰ, ਉਹ ਟਾਈਪ ਕਰਕੇ ਉਹ ਬਾਬੂ ਬੂ ਬਿਠਾਏ ਨੇ, ਦਸਤ ਕਰਾ ਲਏ। ਮੈਨੂੰ ਕਹਿੰਦੇ ਦੇਖ ਲਓ ਡਾਕਟਰ ਗਰਗ, ਸਾਰਾ ਕੰਮ ਮੈਂ ਆਪ ਕਰਦਾ। ਮੈਂ ਚੁੱਪ ਰਿਹਾ। ਹੁਣ ਕਈ ਵਾਰੀ ਸਾਹਮਣੇ ਨਹੀਂ ਨਾ ਕਿਹਾ, ਸਬੋਰਡੀਨੇਟ ਨੇ। ਜਦੋਂ ਨਿਕਲ ਕੇ ਨਾ 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 ਮੈਂ 21 ਦੇ ਕੱਟੀ ਨਾਲ ਹੀ ਪਾਉਣਾ, ਪਰ ਮੈਂ ਮੌਕਾ ਜ਼ਰੂਰ ਦਿਖਦਾ ਮਾੜਾ ਜਿਹਾ। ਉਹ ਨਾਲ ਬੈਠੇ ਨੇ, ਉਹਨਾਂ ਦੇ ਸਬੋਰਡੀਨੇਟ ਸਾਹਮਣੇ ਥੋੜਾ ਮੈਂ ਕਹੂੰਗਾ। ਉਹ ਜਦ ਉੱਠ ਕੇ ਚਲੇ ਗਏ, ਉਹ ਮੈਂ ਕਿਹਾ ਜੀ ਤੁਸੀਂ ਆਹ ਕੀ ਕਰਦੇ ਹੋ? ਤੁਹਾਨੂੰ ਆਹ ਤਨਖਾਹ ਟਾਈਪ ਕਰਨ ਨੂੰ ਮਿਲਦੀ, ਟਾਈਪ ਤਾਂ 3500 ਰੁਪਏ 'ਚ ਬੰਦਾ ਮਿਲ ਜੂਗਾ 5000। ਤੁਸੀਂ ਕਿੰਨਾ ਟਾਈਮ ਖਰਾਬ ਕਰ ਰਹੇ ਹੋ? ਤੁਸੀਂ ਇੰਨਾ ਟਾਈਮ ਲਾਉਂਦੇ ਹੋ, ਤੁਹਾਡੇ ਤਾਂ ਟਾਈਮ ਸੋਚਣ ਵਾਸਤੇ ਲਾਇਆ, ਤੁਹਾਨੂੰ ਐਡੀ ਤਨਖਾਹ ਦੇ ਰਹੇ ਨੇ, ਦਿਮਾਗ ਹੈ ਤੁਹਾਡਾ, ਇਸ ਵਾਸਤੇ ਲਾਇਆ ਵੀ ਤੁਸੀਂ ਇਹ ਮੈਡੀਕਲ ਏਜੰਟ ਦੀ ਪਾਲਿਸੀ ਬਾਰੇ ਸੋਚੋ, ਨਾ ਕਿ ਆਹ ਟਾਈਪ ਕਰੀ ਜੋ ਮਸ਼ੀਨ ਤੇ ਹੱਥ ਮਾਰੀ। ਡਾਕਟਰ ਸਾਹਿਬ ਬੀਤੇ ਦਿਨ ਮੈਂ ਵੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਕਿਹਾ ਮੈਨੂੰ ਟੈਂਟ ਲਾਉਣਾ ਆਉਂਦਾ। ਮੈਂ ਕਿਹਾ ਉਦੋਂ ਟੈਂਟ ਲਾਉਂਦੇ ਸੀ ਤੁਹਾਨੂੰ ਚਮਕੌਰ ਸਾਹਿਬ 'ਚ ਜਾਣਦੇ ਹੋਣਗੇ, ਖਰੜ ਜਾਂ ਮਰਿੰਡੇ 'ਚ। ਹੁਣ ਤੁਹਾਨੂੰ ਸਾਰੇ ਪੰਜਾਬ 'ਚ ਜਾਣਦੇ ਨੇ, ਹੁਣ ਫਿਰ ਟੈਂਟ ਹਾਊਸ ਹੀ ਕਰ ਲਓ, ਹੁਣ ਸਾਰੇ ਪੰਜਾਬ 'ਚ ਜਾਣ ਲੱਗ ਜੂ। ਸੋ ਇਸ ਕਰਕੇ ਇਹ ਜਿਹੜਾ ਪਾਸਟ ਹੈ, ਇਹਨਾਂ ਨੇ ਸਿੱਖਿਆ ਕਿੱਥੋਂ? ਮੋਦੀ ਸਾਹਿਬ ਤੋਂ। ਵੀ ਮੈਂ ਤਾਂ ਚਾਹ ਵੇਚਦਾ ਸੀ, ਲੋਕਾਂ ਨੇ ਟੀਚਰਾਂ ਕਰਨੀ ਸ਼ੁਰੂ ਕਰਤੀਆਂ ਵੀ ਜਿਹੜਾ ਪਲੇਟਫਾਰਮ ਬਣੇ ਨਹੀਂ ਸੀ ਜਿੱਥੇ ਚਾਹ ਵੇਚਦੇ ਸੀ, ਗੱਡੀ ਨਹੀਂ ਰੁਕਦੀ ਸੀ। ਇਦਾਂ ਹੀ ਕਹਿੰਦੇ ਮੈਂ ਪੜ੍ਹਿਆ ਲਿਖਿਆ ਬੜਾ। ਕੀ ਲੋੜ ਹੈ ਪੜ੍ਹਿਆ ਲਿਖਿਆ ਹੋਣਾ? ਜ਼ਰੂਰੀ ਨਹੀਂ। ਬੰਦੇ ਨੂੰ ਜਿਹਨੂੰ ਅੱਖਰ ਆਉਂਦੇ ਨੇ, ਮੈਂ ਇੱਕ ਛੋਟੀ ਜਿਹੀ ਗੱਲ ਦਿਖਾਵਾਂਗਾ। ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਜੀ ਫਲਾਣਾ ਬੰਦਾ ਜਿਹੜਾ ਉਹ ਬੜਾ ਲਿਖ ਦਿੰਦਾ ਹੈ ਉਲਟ ਸੁਲਟ। ਉਹਨਾਂ ਦੇ ਗੱਲ ਸੁਣਦਾ ਮਿੱਤਰਾ ਜੀ, ਹਰੇਕ ਪੜ੍ਹਿਆ ਲਿਖਿਆ ਜਿਹਨੂੰ ਅੱਖਰ ਲਿਖਣੇ ਆਉਂਦੇ ਨੇ ਉਹਨੂੰ ਲਿਖਣਾ ਆਉਂਦਾ ਹੈ। ਉਹ ਸਿਆਣਾ ਹੋਵੇ ਨਾ ਹੋਵੇ, ਉਹ ਸਿਆਣਾ ਹੋਣਾ ਤਾਂ ਲਾਜ਼ਮੀ ਨਹੀਂ ਪੜ੍ਹੇ ਲਿਖਦਾ ਲਿਖਣ ਵਾਸਤੇ, ਪਰ ਲਿਖੇ ਹੋਏ ਨੂੰ ਸਾਹਮਣਾ ਸਿਰਫ ਸਿਆਣਿਆਂ ਨੂੰ ਆਉਂਦਾ। ਸੋ ਇਸ ਕਰਕੇ ਜਿਹੜਾ ਸਾਹਮਣਾ ਉਹ ਜ਼ਰੂਰੀ ਹੈ, ਨਾ ਕਿ ਲਿਖਿਆ। ਹੁਣ ਟੈਂਟ ਲਾ ਲਿਆ, ਫਲਾਣਾ ਰਿਕਸ਼ਾ ਚਲਾ ਲਿਆ, ਮੋਦੀ ਸਾਹਿਬ ਵੀ ਇਹੀ ਕਹੀ ਜਾਂਦੇ, ਉਹ ਡਿਗਰੀ ਲੈ ਲਈ ਝੂਠੀ, ਉਹ ਰੌਲਾ ਪਈ ਜਾਂਦਾ, ਹੈ ਹੀ ਨਹੀਂ ਸੀਗੇ। ਸੋ ਇਸ ਕਰਕੇ ਇਹੋ ਜਿਹੇ ਜਿਹੜਾ ਜਦ ਤੁਸੀਂ ਇੱਕ ਝੂਠ ਬੋਲਦੇ ਹੋ ਹੈਂਜੀ, ਉਹਦੇ ਤੁਹਾਨੂੰ 100 ਝੂਠ ਬੋਲਣਾ ਪੈਂਦਾ ਹੈ, ਤੁਹਾਨੂੰ ਬਹਾਨਾ ਲਾਉਣਾ ਪੈਂਦਾ ਹੈ, ਤੁਹਾਨੂੰ ਹੋਰ ਕਰਨਾ ਪੈਂਦਾ। ਕੱਲ ਤੁਸੀਂ ਮੈਨੂੰ ਪੁੱਛਿਆ, ਮੈਂ ਕਿਹਾ ਜੀ ਮੈਂ ਤਾਂ ਤੁਹਾਡੇ ਸ਼ਹਿਰ ਵੱਲ ਹੀ ਜਾ ਰਿਹਾ। ਮੰਨ ਲਓ ਮੈਂ ਜਾਣਾ ਹੁੰਦਾ ਨਾ, ਜੇ ਤਾਂ ਮੇਰਾ ਪ੍ਰੋਗਰਾਮ ਬਦਲ ਜਾਂਦਾ ਫਿਰ ਮੈਂ ਤੁਹਾਨੂੰ ਓਪਨਲੀ ਕਹਿ ਦਿੰਦਾ ਜੀ ਮੇਰਾ ਬਦਲ ਗਿਆ। ਜੇ ਮੈਂ ਜਾਣਾ ਹੁੰਦਾ ਨਾ, ਤੁਹਾਨੂੰ ਕਿਹੜਾ ਪਤਾ ਨਹੀਂ ਲੱਗਣਾ ਤੁਹਾਡੇ ਸ਼ਹਿਰ 'ਚ ਵੀ ਗਿਆ ਜਾਂ ਨਹੀਂ ਗਿਆ ਹੈ। ਤੇ ਤੁਸੀਂ ਕਹਿੰਦੇ ਵੀ ਡਾਕਟਰ ਸਾਹਿਬ ਤੁਸੀਂ ਉੱਥੇ ਗਏ ਤਾਂ ਹੈ ਹੀ ਨਹੀਂ, ਮੈਂ ਮੂੰਹ ਲੁਕਾਉਂਦਾ ਫਿਰਦਾ ਵੀ ਯਾਰ ਮੈਂ ਝੂਠ ਬੋਲਿਆ ਤੈਨੂੰ। ਤੁਸੀਂ ਕਹਿ ਦਿਓ, ਸੱਚੀ ਗੱਲ ਕਹਿਣ 'ਚ ਹਰਜ ਕੀ ਹੈ? ਮੈਨੂੰ ਗੱਲ ਸੋ ਇਹਨਾਂ ਦਾ ਪਾਸਟ ਕੀ ਹੈ? ਪਾਸਟ ਹਰੇਕ ਦੀ ਇੱਦਾਂ ਹੈ। ਜਿਹੜੀ ਪੀੜ੍ਹੀ, ਚਲੋ ਚੰਨੀ ਸਾਹਿਬ ਤਾਂ ਅਜੇ ਯੰਗਰ ਨੇ ਮੇਰੇ ਤੋਂ, ਸਾਡੇ ਵਾਲੀ ਪੀੜ੍ਹੀ ਤਾਂ ਨਾਲਿਆਂ ਦੇ ਵਿੱਚ ਦੀ ਲੰਘ ਕੇ ਜਾਂਦੀ ਰਹੀ ਹੈ। ਠੀਕ ਹੈ, ਅੱਛਾ ਸਾਈਕਲ ਦੇ ਉੱਤੇ ਕਈ ਵਾਰੀ ਪੈਂਚਰ ਵੀ ਆਪ ਲਾਉਣੇ ਨੇ, ਚੇਨ ਵੀ, ਉਹ 100 ਗੱਲਾਂ ਕਰਦੇ ਸੀ। ਪਰ ਇਹਦਾ ਮਤਲਬ ਮੈਂ ਸਰਜਰੀ ਨਾ ਕਰਾਂ, ਸਾਈਕਲ ਦੇ ਪੈਂਚਰ ਲਾਉਣਾ, ਮੈਨੂੰ ਚੇਨ ਵੀ ਚੜਾਉਣੀ ਆਉਂਦੀ ਹੈ, ਅਗਲਾ ਸਾਈਕਲ ਦੀ ਚੇਨ ਥੋੜਾ ਥੋੜਾ ਮੈਂ ਸਾਈਕਲ ਦੇ ਪੈਂਚਰ ਲਾਉਣਾ। ਤੇ ਮੈਂ ਫਿਰ ਇਹਦਾ ਮਤਲਬ ਸਾਈਕਲ ਦੀ ਟਿਊਬ ਫੁੱਟ ਗਈ, ਉਹਨੂੰ ਕੱਟ ਕੇ ਜੋੜਦਾ। ਤੇ ਜੇ ਪੇਟ ਦੀ ਨਾੜੀ ਫੁੱਲੀ ਹੋਈ ਹੈ, ਉਦੋਂ ਮੈਂ ਇਹ ਨਾ ਕਹਾਂ ਮੈਂ ਤਾਂ ਟਿਊਬ ਜੋੜਦਾ ਸੀ, ਮੈਂ ਉਹੀ ਜੋੜੂਗਾ। ਉਦੋਂ ਮੈਂ ਨਾੜੀ ਫੁੱਲੀ ਹੋਈ ਨੂੰ ਜੋੜਾਂ ਕੱਟ ਕੇ। ਜਿਹੜਾ ਮੈਨੂੰ ਕੰਮ ਮਿਲ ਗਿਆ ਉਹ ਕੰਮ ਕਰਨਾ ਹੈ ਤਨਦੇਹੀ ਨਾਲ। ਮੇਰੀ ਉਹ ਨੌਲੇਜ ਉਸ ਕੰਮ ਕਰਨ 'ਚ ਮੈਨੂੰ ਜ਼ਿਆਦਾ ਸਹਾਈ ਹੋ ਸਕਦੀ ਹੈ ਵੀ ਇਹ ਕਿਹਦੀ ਲੋੜ ਹੈ, ਕਿਉਂ ਹੈ। ਸੋ ਚੰਨੀ ਸਾਹਿਬ ਕੋਸ਼ਿਸ਼ ਇਹ ਕਰ ਰਹੇ ਨੇ, ਜੋ ਕੁਛ ਵੀ ਕਹਿੰਦੇ ਨੇ, ਜਿੰਨਾ ਇਹਨਾਂ ਨੇ ਕੰਮ ਕਰੇ ਨੇ ਦੇਖਣ ਨੂੰ ਬੜੇ ਚੰਗੇ ਲੱਗਦੇ ਨੇ। ਕੋਈ ਇਹ ਕਹਿ ਸਕਦਾ ਵੀ ਇਹਨੇ ਤਾਂ ਜੀ ਕ੍ਰਿਟੀਸਾਈਜ਼ ਕਰਨਾ ਇਹਦਾ ਤਾਂ ਕੰਮ ਹੀ ਹੈ, ਤਾਂ ਸਾਰਾ ਦਿਨ ਇਹੀ ਹੈ, ਹਰੇਕ ਨੂੰ ਹੀ ਇਹੀ ਕਹਿੰਦਾ ਹੈ। ਕਹੇ ਮੈਨੂੰ ਕੋਈ ਪ੍ਰੋਬਲਮ ਨਹੀਂ, ਜੇ ਠੀਕ ਕੰਮ ਕਰਦੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਇੱਕ ਵਾਰੀ ਸ਼ਾਇਦ ਤੁਹਾਡੇ ਚੈਨਲ ਤੇ ਕਿਤੇ ਹੋਰ ਹੋਇਆ ਸੀ, ਮੈਂ ਕਿਹਾ ਸੀ ਵੀ ਆਹ ਕੰਮ ਇਹ ਕਰ ਸਕਦੇ ਨੇ। ਜਿਹੜੇ ਕੰਮ ਇਹ ਕਰ ਸਕਦੇ ਸੀ, ਜਿਹਨਾਂ ਇਹਨਾਂ ਨੂੰ ਵੋਟਾਂ ਵੀ ਵੱਧ ਮਿਲਦੀਆਂ, ਜਿਨ੍ਹਾਂ ਨਾਲ ਇਹਨਾਂ ਦੀ ਪਾਪੂਲੈਰਿਟੀ ਵੀ ਹੁੰਦੀ, ਚੰਨੀ ਸਾਹਿਬ ਦੀ ਆਪਦੀ। ਹੁਣ ਤਾਂ ਕਹਿੰਦੇ ਪਰਚੇ ਕਰਾਂਗੇ, ਉਹ ਤਾਂ ਖੜੇ ਨਹੀਂ, ਹੁਣ ਪਰਚੇ ਕਰਾਂਗੇ ਜੀ ਕਹਿੰਦੇ। ਹਾਂ, ਹੁਣ ਉਲਟਾ ਕਹਿੰਦਾ ਪਰਚੇ ਕਰਾਂਗੇ। ਜਿਹੜੇ ਕੰਮ ਨਹੀਂ ਕਰ ਸਕਦੇ ਸੀ ਵੀ ਹੋਣਾ ਨਹੀਂ, ਸੌਖਾ ਨਹੀਂ, ਜਾਂ ਉਹਦੇ ਜ਼ਿਆਦਾ ਘੋੜ ਗੰਢਾਂ ਪੈਣਗੀਆਂ, ਗੁੰਝਲਾਂ ਪੈਣਗੀਆਂ, ਉਹ ਸ਼ੁਰੂ ਕਰਤੇ। ਇਹ ਭਰਤੀਆਂ ਕਰ ਰਹੇ ਨੇ, ਸਟੇਆਂ ਹੋ ਜਾਂਦੇ ਨੇ ਕੋਰਟਾਂ 'ਚ, ਜਾਂ ਕੋਰਟਾਂ 'ਚ ਕੇਸ ਪੈ ਪਏ ਨੇ, ਉੱਥੇ ਜਵਾਬ ਨਹੀਂ ਦਿੱਤਾ ਜਾਂਦਾ ਇਹਨਾਂ ਤੋਂ, ਉਹਦੇ 'ਚ ਹੇਰਾਫੇਰੀ ਹੋ ਜਾਂਦੀ ਹੈ ਭਰਤੀਆਂ ਦੇ ਵਿੱਚ। ਉਹ ਇਹਨਾਂ ਦੇ ਵਾਸਤੇ ਨਹੀਂ ਹੈ। ਪੇਪਰ ਹੁਣੀ ਮੇਰੇ ਕੋਲ ਤੁਹਾਡੇ ਆਉਣ ਤੋਂ ਪਹਿਲਾਂ ਬੱਚੇ ਉੱਠ ਕੇ ਗਏ ਨੇ ਅੱਡਾ ਥੱਬਾ ਪੇਪਰਾਂ ਦਾ। ਜਿਹੜਾ ਪੇਪਰ 4 ਮਹੀਨੇ ਪਹਿਲਾਂ ਸਕੂਲ ਦੇ ਲੈਕਚਰਾਰਾਂ ਵਾਸਤੇ ਲਿਆ ਸੀ, ਉਹੀ ਪੇਪਰ ਕਾਲਜ ਦੇ ਪ੍ਰੋਫੈਸਰਾਂ, ਅਸਿਸਟੈਂਟ ਪ੍ਰੋਫੈਸਰ ਲਾਉਣ ਵਾਸਤੇ ਪਾਤਾ। ਹੁਣ ਜਿਹੜਾ ਪੇਪਰ 4 ਮਹੀਨੇ ਪਹਿਲਾਂ ਹੈ, ਉਹ ਤਾਂ ਫਿਰ ਲੀਕ ਹੋ ਗਿਆ ਆਲਰੇਡੀ। ਜੇ ਉਹਦੇ ਤੁਸੀਂ 20 ਸਵਾਲ 30 ਸਵਾਲ ਪਾਤੇ 100 'ਚ, ਫਿਰ ਉਹਨਾਂ ਨੂੰ ਤਾਂ ਉਹਨਾਂ ਨੇ ਪਾਸ ਹੋ ਜਾਣਾ, ਫਿਰ ਸਿਲੇਬਸ ਹੋਰ ਹੀ ਪਾਤਾ। ਜੇ ਤੁਸੀਂ ਜਿਹੜਾ ਕੰਮ ਹੈ ਤੁਹਾਡਾ ਉਹ ਤਾਂ ਠੀਕ ਨਹੀਂ ਹੋ ਰਿਹਾ ਤੁਹਾਤੋਂ, ਉਹਦੇ ਤੇ ਤੁਸੀਂ ਖਿੱਚ ਕੇ ਕਹਿ ਦਿਓ ਵੀ ਨਾ ਬਈ ਇਹ ਗੜਬੜ ਨਹੀਂ ਹੋਣੀ ਚਾਹੀਦੀ। ਚੰਨੀ ਸਾਹਿਬ ਨੇ ਆਪ ਥੋੜ੍ਹਾ ਪੇਪਰ ਬਣਾਉਣਾ ਜਾਂ ਪ੍ਰਗਟ ਸਿੰਘ ਨੇ। ਸੋ ਮੇਰਾ ਕਹਿਣ ਦਾ ਕਹਿ ਤਾਂ ਸਕਦੇ ਨਾ, ਹਾਂ ਨਿਰਦੇਸ਼ ਦਿੱਤੇ ਜਾ ਸਕਦੇ, ਨਿਰਦੇਸ਼ ਦੇਣੇ ਜ਼ਰੂਰੀ ਨੇ। ਸੋ ਇਹ ਸਰਕਾਰ 'ਚ ਨਿਰਦੇਸ਼ ਨਹੀਂ ਦਿੰਦੇ। ਇਹ ਸਰਕਾਰ 'ਚ ਇਹ ਦੱਸਣ ਦੀ ਕੋਸ਼ਿਸ਼ ਕਰਦੇ ਮੈਂ ਲੋਕਾਂ ਦੇ ਬੜਾ ਨੇੜੇ ਹਾਂ। ਲੋਕਾਂ ਦੇ ਨੇੜੇ ਦੋ ਤਰ੍ਹਾਂ ਹੁੰਦੇ ਨੇ ਬੈਨੀਪਾਲ ਸਾਹਿਬ। ਇੱਕ ਹੈਗਾ ਵੀ ਕਿਸੇ ਨਾਲ ਬੈਠ ਕੇ ਚਾਹ ਪੀ ਲਓ, ਕਿਸੇ ਨਾਲ ਬੈਠ ਕੇ ਰੋਟੀ ਖਾ ਲਓ। ਇਹ ਸਾਰੇ ਸਿਆਸਤਦਾਨ ਕਰ ਰਹੇ ਨੇ। ਕਿਸੇ ਦੇ ਵਿਆਹ 'ਚ ਜਾਇਓ, ਕਿਸੇ ਦੇ ਪਰਨੇ 'ਚ ਜਾਇਓ। ਇਹ ਉਦੋਂ ਜਾਈਦਾ ਜਦ ਤੁਸੀਂ ਬਹੁਤ ਵਿਹਲੇ ਹੋ, ਤੁਹਾਨੂੰ ਕੋਈ ਪੁੱਛਦਾ ਨਾ ਹੋਵੇ। ਉਦੋਂ ਕਹਿਣਾ ਚੱਲ ਜਾ ਇੱਥੇ ਜਾਇਓ। ਹਾਂ, ਜਦ ਤੁਸੀਂ
ਹੈਗਾ ਗੱਦੀ 'ਤੇ ਜੀ ਕਿਸੇ ਸੀਟ ਤੇ, ਉਦੋਂ ਤੁਸੀਂ ਲੋਕਾਂ ਦੇ ਨੇੜੇ ਕਿਵੇਂ ਹੁੰਦੇ ਹੋ? ਇਨਸਾਫ ਦਾ ਰਾਜ ਦਿਓ, ਲੋਕਾਂ ਦੀ ਸਮੱਸਿਆ ਹੱਲ ਕਰੋ। ਬੰਦੇ ਨੂੰ ਆਉਣਾ ਨਾ ਪਵੇ ਚੰਡੀਗੜ੍ਹ, ਬੰਦੇ ਨੂੰ ਇਹ ਨਾ ਕਹਿਣਾ ਪਵੇ ਸੱਥ ਜੋ ਹੈ ਕਿ ਕਿਆ ਯਾਰ 20 ਚਿੱਠੀਆਂ ਲਿਖੀਆਂ ਸਰਕਾਰ ਤਾਂ ਸੁਣਦੀ ਕੋਈ ਨਹੀਂ, ਇਹ ਨਾ ਕਹਿਣਾ ਪਵੇ। ਲੋਕ ਸੱਥਾਂ 'ਚ ਇਹ ਗੱਲਾਂ ਕਰਨ ਲੱਗ ਜਾਣ ਵੀ ਕਮਾਲ ਆ ਯਾਰ, ਮੈਂ ਚਿੱਠੀ ਪਾਈ ਸੀ, ਮੈਂ ਤਾਂ ਜਾਣਦਾ ਨਹੀਂ ਚੰਨੀ ਸਾਹਿਬ ਕੌਣ ਨੇ, ਮੇਰਾ ਐਂ ਕੰਮ ਬੜੀ ਵਾਰੀ ਉਦਾਹਰਨ ਵੀ ਦਿੱਤੀ ਹੈ ਪਹਿਲਾਂ ਉਹਦਾ ਤਨਖਾਹ ਵਾਲੀ। ਹਾਂ ਸੋ ਇਸ ਕਰਕੇ ਜਿਹੜੇ ਤੁਸੀਂ ਉਹਦੇ ਤੇ ਬੈਠੇ ਹੋ, ਉਹ ਕੰਮ ਜਦ ਤੁਸੀਂ ਠੀਕ ਕਰਦੇ ਹੋ, ਇਨਸਾਫ ਨਾਲ ਕਰਦੇ ਹੋ, ਪਾਰਦਰਸ਼ਤਾ ਨਾਲ ਕਰਦੇ ਹੋ, ਨਿਯਮਾਂ ਦੇ ਮੁਤਾਬਕ ਕਰਦੇ ਹੋ, ਤੇ ਉਹਦੇ ਵਾਸਤੇ ਤੁਸੀਂ ਜਵਾਬਦੇਹ ਹੁੰਦੇ ਹੋ ਜਨਤਾ ਨੂੰ, ਤਾਂ ਤੁਹਾਡੀ ਜਨਤਾ ਦੇ ਵਿੱਚ ਪਪੂਲੈਰਿਟੀ, ਤੁਹਾਡਾ ਪ੍ਰਵਾਨਤਾ ਵੱਧਦੀ ਹੈ ਜੀ। ਤੇ ਜੇ ਤੁਸੀਂ ਕਹੋ ਵੀ ਮੈਂ ਤਾਂ ਅਚਾਰ ਬਣਾਉਂਦਾ ਹੁੰਦਾ ਸੀ ਜੀ, ਅੰਬੀਆਂ ਤੋੜ ਕੇ, ਤੇ ਜਿਹੜਾ ਕੰਮ ਤੁਹਾਨੂੰ ਦਿੱਤਾ ਉਹ ਤੁਸੀਂ ਕਰ ਨਹੀਂ ਰਹੇ, ਤੇ ਫਿਰ ਉਹ ਕਹਿੰਗੇ ਭਾਈ ਤੂੰ ਅਚਾਰ ਹੀ ਬਣਾਈ ਜਾ, ਤੂੰ ਕਾਹਦੇ ਵਾਸਤੇ ਇੱਥੇ ਆਇਆ? ਰਿਕਸ਼ਾ ਚਲਾ ਪਰ ਆਦਮੀ। ਸੋ ਇਹ ਕਰਕੇ ਬੇਨੀਪਾਲ ਸਾਹਿਬ ਜਿਹੜੇ ਚੋਣਾਂ ਲੜਨ ਦੀ ਗੱਲ ਕਰਦੇ ਨੇ, ਉਹ ਵੀ ਇਸੇ ਗੱਲ ਕਰਕੇ ਗੁੰਮਰਾਹ ਹੋ ਰਹੇ ਨੇ। ਅਸਲ ਲੋੜ ਇਹ ਹੈ ਕਿ ਅੱਜ ਸਾਡੇ ਪੰਜਾਬ ਨੂੰ 2022 'ਚ ਕੋਈ ਚੇਂਜ ਨਹੀਂ ਆਣੀ। ਮੈਂ ਤੁਹਾਨੂੰ ਅੱਜ ਵੀ ਦੱਸਣਾ ਬਹੁਤ ਹੀ, ਜੇ ਚੇਂਜ ਲਿਆਉਣੀ ਹੈ ਤਾਂ 3 ਗੱਲਾਂ ਜ਼ਰੂਰੀ ਨੇ। ਕਿਹੜੀਆਂ? ਸਾਰੇ ਸਿਆਸਤਦਾਨ ਜਿਹੜੇ ਨੇ ਉਹਨਾਂ ਨੂੰ ਇਹ ਸਮਝ ਕੇ ਵੀ ਇਹ ਦੇਵਤੇ ਨੇ ਜਾਂ ਇਹ ਦੈਂਤ ਨੇ, ਇਹ ਸਮਝ ਕੇ ਨਾ ਚੱਲੋ। ਉਹਨਾਂ ਚੰਗੇ ਵੀ ਬੰਦੇ ਹੈਗੇ ਨੇ, ਮਾੜੇ ਵੀ ਹੈਗੇ ਨੇ। ਗਾਂ ਜਿਹੜੇ ਚੰਗੇ ਨੇ ਉਹਨਾਂ ਦੀਆਂ ਪਾਰਟੀਆਂ ਦੀਆਂ ਆਪਦੀਆਂ ਮਜਬੂਰੀਆਂ ਨੇ, ਮਾੜੇ ਨੇ ਜਿਹੜੇ ਉਹ ਪਾਰਟੀਆਂ ਇਸ ਕਰਕੇ ਛੱਡ ਦਿੰਦੇ ਵੀ ਉਹਨਾਂ ਦੀ ਚੱਲਦੀ ਨਹੀਂ ਉੱਥੇ ਕਈ ਵਾਰੀ ਮਾੜਾ ਕਰਨ ਦੀ। ਸੋ ਉਹਨਾਂ 'ਚ ਐਂ ਨਾ ਕਰੋ। ਤੁਸੀਂ ਉਹਨਾਂ ਨੂੰ ਕਹੋ ਤੁਸੀਂ ਚੰਗੇ ਹੋ ਜਾਂ ਮਾੜੇ ਹੋ, ਤੁਹਾਡਾ ਇਤਿਹਾਸ ਕੀ ਹੈ, ਇਹ 'ਚ ਅਸੀਂ ਨਹੀਂ ਜਾਣਾ। ਅਸੀਂ ਜਾਣਾ ਹੈ ਕਿ ਤੁਸੀਂ ਸਾਡੇ ਪਿੰਡ ਆਏ ਹੋ, ਪਹਿਲੀ ਗੱਲ ਉਹ ਸਾਹਮਣੇ ਜਗ੍ਹਾ ਖੜ ਜਾਓ, ਉੱਥੇ ਜਿਹੜਾ ਕੋਈ ਆਉਂਦਾ ਆ ਜਾਊਗਾ, ਧੱਕੇ ਨਾਲ ਕਿਸੇ ਨੂੰ ਬੁਲਾਉਣਾ ਨਹੀਂ। ਅਸੀਂ 20 ਬੰਦੇ ਟਿਕਤੇ ਜਾਂ 15 ਟਿਕਤੇ ਜਾਂ 10 ਬੰਦੇ ਟਿਕਤੇ, ਇਹ ਤੁਹਾਨੂੰ ਲਿਖ ਕੇ ਸਵਾਲ ਕਰਨਗੇ, ਤੁਸੀਂ ਲਿਖ ਕੇ ਜਵਾਬ ਦੇਣੇ ਨੇ। ਇੱਕ ਤਾਂ ਇਹ ਪਿੰਡਾਂ ਦੇ ਲੋਕ, ਸ਼ਹਿਰਾਂ ਦੇ ਵਾਰਡ ਵਾਈਜ਼ ਦੇ ਲੋਕ ਇਹ ਫੈਸਲਾ ਕਰ ਰਹੇ ਨੇ ਵੀ ਆਏ ਆਉਣਾ ਭਾਈ ਤੁਸੀਂ। ਦੂਜਾ ਉਹ 'ਚ ਲਿਖ ਕੇ ਕੀ ਪੁੱਛਣਾ? ਉਹ ਐਂ ਨਹੀਂ ਕਹਿੰਦਾ ਵੀ ਸਾਡੇ ਸਕੂਲ ਖੋਲੋਗੇ, ਉਹ ਕਹਿੰਦੇ ਹਾਂਜੀ ਖੋਲਾਂਗੇ। ਹਸਪਤਾਲ ਖੋਲੋ, ਹਾਂਜੀ ਕਰਾਂਗੇ। ਗਲੀਆਂ ਮੈਂ ਹਾਂਜੀ ਕਰਾਂਗੇ। ਸਾਡੀ ਪੈਨਸ਼ਨ ਲਾਓਗੇ, ਹਾਂਜੀ ਕਰਾਂਗੇ। ਹਾਂਜੀ ਕਹਿੰਦਾ ਕੋਈ ਔਖਾ ਕੰਮ ਨਹੀਂ। ਉਹ ਕਹਿਣ ਸਾਨੂੰ ਇਹ ਦੱਸੋ ਕਿ ਜਿਹੜੇ ਸਾਡੇ ਅਧਿਕਾਰ, ਜਿਹੜੀ ਸਾਡੀ ਆ ਸਿੱਖਿਆ ਜੀ, ਇਹਦਾ ਸੁਧਾਰ ਕਿਵੇਂ ਕਰੋਗੇ? ਬੱਚਿਆਂ ਨੂੰ ਆਉਂਦਾ ਕੁਛ ਨਹੀਂ 8ਵੀਂ ਤੱਕ ਪੜ੍ਹਦਿਆਂ ਨੂੰ, ਇਹ ਕਿਵੇਂ ਠੀਕ ਕਰੋਗੇ? ਇਹਦਾ ਤਾਰ ਤਰੀਕਾ ਦੱਸੋ, ਸਾਰਾ ਸਿਸਟਮ ਕੀ ਹੈ, ਤੁਸੀਂ ਕਿਵੇਂ ਕਰੋਗੇ? ਆਹ ਪੰਜਾਬੀ ਸਾਡੀ ਗੌਣ ਭਾਸ਼ਾ ਬਣਾਤੀ, ਤੁਸੀਂ ਦੱਸੋ ਇਹਦੇ 'ਚ ਕੀ ਕਰੋਗੇ? ਇਹਨਾਂ ਨੇ ਅਮੈਂਡਮੈਂਟ ਕਰਤੀ ਐਕਟ ਦੀ, ਤੁਸੀਂ ਮੰਨੋਗੇ ਬੇਨੀਪਾਲ ਸਾਹਿਬ? ਉਹ ਅਮੈਂਡਮੈਂਟ ਜਿਹੜੀ ਹੈ ਉਹ ਕਾਨੂੰਨੀ ਤਰੀਕੇ ਨਾਲ ਉਹ ਗੈਰ ਕਾਨੂੰਨੀ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਸਾਂਝੀ ਸੂਚੀ 'ਚ ਹੈ। ਸਾਂਝੀ ਸੂਚੀ ਐਗਜ਼ੈਕਟਲੀ ਸਾਂਝੀ ਸੂਚੀ ਦੇ ਮਸਲੇ ਤੇ ਜੋ ਮਰਜ਼ੀ ਕਰੀ ਜਾਣ, ਉਹ ਚੱਲਣੀ ਨਹੀਂ ਇਹਨਾਂ ਦੀ। ਕੇਂਦਰ ਨੇ ਬਣਾਤਾ ਉਹਨੂੰ ਗੌਣ ਵਿਸ਼ਾ, ਸੁਪਰੀਮ ਕੋਰਟ ਤੱਕ ਦੇ ਫੈਸਲੇ ਹੋਏ ਨੇ। ਇਹ ਸਿੰਪਲ ਇਹ ਕਹਿੰਦੇ ਮੰਤਰੀ ਨੂੰ ਕਿ ਦੇਖੋ ਆ ਤੁਹਾਡੇ CBSE ਨੇ ਕਰਿਆ ਗੜਬੜ, ਇਹ ਪਹਿਲੇ ਵਿਸ਼ੇ ਸਾਰੀਆਂ ਭਾਸ਼ਾ ਪਾਓ, ਸਾਰੀਆਂ ਬਰਾਬਰ। ਜਿਵੇਂ ਤੁਸੀਂ ਹਿੰਦੀ ਤੇ ਅੰਗਰੇਜ਼ੀ 'ਚੋਂ ਪਾਸ ਮਾਰਕਸ ਦੇਣੇ ਨੇ, ਉਦਾਂ ਹੀ ਇਹਦੇ 'ਚ ਹੋਣ। ਜਿੱਦਾਂ ਉਹਨਾਂ ਦਾ ਇਮਤਿਹਾਨ ਲੈਣਾ ਉਦਾਂ ਹੀ ਇਹਨਾਂ ਦਾ ਇਮਤਿਹਾਨ ਹੋਵੇ। ਗੱਲ ਤਾਂ ਇੰਨੀ ਕਰਨੀ ਸੀ। ਇੱਕ ਗੱਲ ਇਹ ਕਰੋ, ਦੂਜੀ ਗੱਲ ਇਹ ਕਰ ਦਿਓ ਵੀ ਜਿਹੜੇ ਸੂਬੇ ਦੀ ਦਫ਼ਤਰੀ ਭਾਸ਼ਾ ਹੈ ਉਸ ਸੂਬੇ 'ਚ CBSE ICSE ਕੇਂਦਰ ਦਾ ਹੋਵੇ, ਸੂਬੇ ਦਾ ਹੋਵੇ, ਹਰੇਕ ਸਕੂਲ ਉਹ ਭਾਸ਼ਾ ਜ਼ਰੂਰ ਪੜ੍ਹਾਏਗਾ, ਲਾਜ਼ਮੀ ਵਿਸ਼ੇ ਦੇ ਤੌਰ ਤੇ। ਇਹਨਾਂ ਨੇ ਲਿਖਤਾ ਭਾਸ਼ਾ ਜ਼ਰੂਰ ਪੜ੍ਹਾਏਗਾ ਪੰਜਾਬੀ। ਭਾਸ਼ਾ ਤਾਂ ਪੰਜਾਬੀ ਭਲਾਤੀ ਇਮਤਿਹਾਨ ਲੈਣਾ ਹੀ ਨਹੀਂ। ਫਾਇਦਾ ਕੀ ਹੋਇਆ? ਫਾਇਦਾ ਕੀ ਹੋਇਆ? ਸੋ ਇਸ ਕਰਕੇ 2-3 ਗੱਲਾਂ ਕਰਨੀਆਂ ਇਸ ਤਰ੍ਹਾਂ। ਸਿਹਤ ਹੈ ਜੀ, ਵੀ ਤੁਸੀਂ ਦੱਸੋ ਆ ਕਰੋਨਾ ਚਾਹੇ ਹੋ ਗਿਆ, ਫਲਾਣਾ ਹੋ ਗਿਆ, ਹੁਣ ਆਪਣੇ ਕੀ ਮੰਗਦੇ? ਤੁਸੀਂ ਦੱਸੋ ਇਹ ਬਿਮਾਰੀਆਂ ਇੰਨੀਆਂ, ਰੋਜ਼ ਕਾਲਾ ਪੀਲੀਆ ਵਧੀ ਜਾਂਦਾ, 1,04,000 ਕੇਸ ਕਾਲੇ ਪੀਲੀਏ ਦਾ ਹੋ ਗਿਆ ਪੰਜਾਬ 'ਚ। ਕੈਂਸਰ ਵਧੀ ਜਾਂਦਾ, 80,000 ਕੇਸ ਕੈਂਸਰ ਦਾ ਹੋ ਗਿਆ। ਬਾਕੀ ਸਾਹ ਦੀਆਂ ਬਿਮਾਰੀਆਂ, ਡਾਇਬਟੀਜ਼, ਸ਼ੂਗਰ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦਾ ਤਾਂ ਕੋਈ ਅੰਤ ਹੀ ਨਹੀਂ ਜੀ। ਉਹਦੇ ਉੱਤੇ ਸਵਾਲ ਇਹ ਕਰਿਆ ਜਾਵੇ ਕਿ ਤੁਸੀਂ ਦੱਸੋ ਇਹਨਾਂ ਨੂੰ ਰੋਕੋਗੇ ਕਿਵੇਂ? ਇਹ ਹੋਣ ਨਾ, ਇਹਨੂੰ ਕਿਵੇਂ ਰੋਕਥਾਮ ਕਿਵੇਂ ਹੋ? ਰੋਕਥਾਮ ਕਿਵੇਂ ਹੋ? ਲੋਕਾਂ ਜਿਵੇਂ ਕਰਜ਼ਾ ਚੜੀ ਜਾਂਦਾ, ਉਹ ਖੁਦਕਸ਼ੀਆਂ ਕਰੀ ਜਾਂਦੇ ਨੇ, ਉਹ ਮਜ਼ਦੂਰ ਵੀ। ਤੁਸੀਂ ਦੱਸੋ ਕਿਵੇਂ ਇਹਨੂੰ ਇਹਦਾ ਪ੍ਰਬੰਧ ਕਰੋਗੇ? ਖਜ਼ਾਨੇ 'ਚ ਪੈਸਾ ਕਿਵੇਂ ਲਿਆਓਗੇ? ਚੋਰੀ ਹੋ ਰਹੀ ਹੈ, ਠੱਗੀ ਹੋ ਰਹੀ ਹੈ, ਮਾਫੀਆ ਰਾਜ ਹੈ, ਤੁਸੀਂ ਦੱਸੋ ਇਹਨੂੰ ਕਿਵੇਂ ਕੰਟਰੋਲ ਕਰੋਗੇ? ਕਿੰਨਾ ਪੈਸਾ ਉਹਦੇ 'ਚੋਂ? ਤੁਸੀਂ ਰੋਜ਼ ਕਹੀ ਜਾਣਾ ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਹੈ, ਖਜ਼ਾਨਾ ਭਰੋਗੇ ਕਿਵੇਂ? ਤਰੀਕਾ ਦੱਸੋ ਕਿਵੇਂ ਭਰੋਗੇ? ਫਿਰ ਰੁਜ਼ਗਾਰ ਦੇਣਾ, ਕਿਸੇ ਨੇ ਕਹਿੰਦਾ ਮੈਂ ਘਰ ਰੁਜ਼ਗਾਰ ਦਿਉਂ, ਦੂਜਾ ਕਹਿੰਦਾ ਮੈਂ 25 ਲੱਖ ਦਿਉਂ, ਤੀਜਾ ਕਹਿੰਦਾ ਮੈਂ 20 ਲੱਖ ਦਿਉਂ, ਦੱਸੋ ਕਿਵੇਂ ਦਿਓਗੇ? ਬਲੂਪ੍ਰਿੰਟ ਹੈ ਕੋਈ? ਹਾਂ। ਸੋ ਇਹ ਜਿਹੜੇ ਸਵਾਲ ਨੇ, ਪਰਿਆਵਰਨ ਸਾਡਾ ਕਿਵੇਂ ਬਚਾਓਗੇ? ਪਾਣੀ ਸਾਡਾ ਖਰਾਬ ਹੋ ਗਿਆ, 3 ਦਰਿਆਵਾਂ ਦਾ, ਤੇ ਘੱਗਰ ਦਾ ਚੌਥਾ, ਇਹ ਪਾਣੀ ਦਾ ਕਿਵੇਂ ਕਰੋਗੇ? ਆ ਬੁੱਢੇ ਨਾਲੇ ਵਾਲਾ ਮਸਲਾ ਕਿਵੇਂ ਹੱਲ ਕਰੋਗੇ? ਆ ਤਾਜਪੁਰ ਰੋਡ ਦੇ ਉੱਤੇ ਪਾਣੀ ਲੁਧਿਆਣੇ 'ਚ ਹੈ ਗੰਦਾ ਪਾਣੀ ਪੈ ਰਿਹਾ, STP ਦਾ, ਸੀਵਰੇਜ ਨਾਲ ਇਹ ਟ੍ਰੀਟਮੈਂਟ ਪਲਾਂਟ ਦਾ। ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲਦਾ ਹੀ ਨਹੀਂ, ਉਹਦੇ ਵਿੱਚੋਂ ਉਹੀ ਪਾਣੀ ਲੰਘਾ ਕੇ ਉੱਧਰ ਨੂੰ ਚੱਲੀ ਜਾਂਦਾ।
ਸੱਚੀ ਮੁੱਚੀ ਮੈਂ ਦੇਖ ਕੇ ਆਇਆ ਆਪ। ਜੀ ਹਾਂ, ਸੋ ਇਸ ਕਰਕੇ ਲੋਕ ਸਵਾਲ ਕਰਨ ਸ਼ਹਿਰਾਂ 'ਚ ਵੀ ਪਿੰਡਾਂ 'ਚ ਵੀ, ਆਪਣੀਆਂ ਕਮੇਟੀਆਂ ਬਣਾ ਲੈਣ ਵੀ ਆਹ ਕਮੇਟੀ ਸਵਾਲ ਕਰੂ। ਉਹਦਾ ਮੈਂ ਕਿਉਂ ਕਹਿਣਾ ਕਮੇਟੀਆਂ, ਤੁਹਾਨੂੰ ਲੀਡਰਸ਼ਿਪ ਚੁਣਨੀ ਆਉਂਦੀ ਹੈ, ਫਿਰ ਤੁਸੀਂ ਆਪਣੇ ਪਿੰਡ ਦੀ ਲੀਡਰਸ਼ਿਪ ਚੁਣਨੀ ਹੈ ਤਾਂ ਅੱਗੇ ਵਿੱਚ ਵਧੀਆ ਚੁਣ ਲਓਗੇ। ਉਹ ਕਮੇਟੀ ਨੂੰ ਕਹੋ ਇਹ ਕਮੇਟੀ ਸਵਾਲ ਕਰੂ ਤੁਹਾਨੂੰ ਲਿਖ ਕੇ, ਤੁਸੀਂ ਲਿਖ ਕੇ ਜਵਾਬ ਦਿਓਗੇ, ਉੱਥੇ ਬਹਿ ਜਾਓ, ਇੱਕੋ ਸਾਂਝੀ ਥਾਂ ਬਣਾ ਦੇਣ ਵੀ ਜਿਹੜੀ ਮਰਜ਼ੀ ਪਾਰਟੀ ਆਵੇ ਉੱਥੇ ਹੀ ਰੈਡੀ ਕਰੂ ਆਪਦੀ, ਜਿਹਨੇ ਜਾਣਾ ਜਾਊ, ਜਿਹਨੇ ਨਹੀਂ ਜਾਣਾ ਨਾ ਜਾਊ, ਬੋਲੇ ਉਹਨਾਂ ਨੂੰ ਜਿੰਨਾ ਬੋਲਣਾ। ਉਸ ਤੋਂ ਬਾਅਦ ਸਾਡੇ ਬੰਦੇ ਟਿੱਕੇ ਹੋਏ ਨੇ, ਇਹ ਲਿਖ ਕੇ ਸਵਾਲ ਕਰਨਗੇ ਤੇ ਤੁਸੀਂ ਲਿਖ ਕੇ ਜਵਾਬ ਦਿਓਗੇ, ਇਹ ਸਾਡੇ ਪਿੰਡ ਨੂੰ ਆਪੇ ਜਵਾਬ ਦੇ ਹੋਣਗੇ ਫਿਰ ਬਾਅਦ 'ਚ। ਜੀ ਆਹ ਤਰੀਕਾ ਹੈ ਤਾਂ ਕਿ ਸਾਡਾ ਸਿਆਸਤਦਾਨ, ਕੋਈ ਮੈਨੂੰ ਪੁੱਛਦਾ ਹੈ, ਲਾਸਟ ਲਾਈਨ ਕਹਾਂਗਾ, ਮੈਂ ਪੇਪਰ ਬਣਾ ਕੇ ਕਈ ਵਾਰ ਦੇ ਦਿੰਦਾ ਸੀ ਸਟੂਡੈਂਟਸ ਨੂੰ ਵੀ ਤੁਸੀਂ ਨਕਲ ਨਾ ਮਾਰਿਓ, ਵੈਸੇ ਜੇ ਮਾਰ ਵੀ ਲਓਗੇ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਤੁਸੀਂ ਛੁੱਟੀਆਂ ਤੋਂ ਬਾਅਦ ਨਾ ਛੁੱਟੀਆਂ ਜਿੱਦੇ ਖਤਮ ਹੋਣਗੀਆਂ ਆਪਦੇ ਘਰੇ ਬੈਠ ਕੇ ਪੇਪਰ ਹੱਲ ਕਰਕੇ ਦੋਨਾ। ਅੱਛਾ ਜੀ। ਮੈਨੂੰ ਮੇਰੇ ਕੋਲੀਗ ਪੁੱਛਣ ਲੱਗੇ ਵੀ ਇਹ ਕੀ ਫੰਡਾ ਹੈ। ਉਹ ਮੈਂ ਕਿਹਾ ਯਾਰ ਜਿਹਨੂੰ ਕੁਝ ਨਹੀਂ ਆਉਂਦਾ, ਜੇ ਪੇਪਰ ਦੇਖ ਕੇ ਉਹਨੂੰ ਪਤਾ ਲੱਗੇ ਵੀ ਸਵਾਲ ਦਾ ਜਵਾਬ ਇੱਥੇ ਲਿਖੂ ਤਾਂ ਸਹੀ, ਪੜੂਗਾ ਲਿਖੂਗਾ, ਇਹ ਵੀ ਤਾਂ ਸਿਖਾਈ ਦਾ ਪਾਰਟ ਹੈ, ਨਹੀਂ ਤਾਂ ਉਹਨੇ ਇਹ ਵੀ ਨਹੀਂ ਕਰਨਾ। ਹਾਂ, ਜਿਹੜੀ ਚੀਜ਼ ਆਪਾਂ ਇੱਕ ਵਾਰੀ ਲਿਖ ਲਈਏ ਭੁੱਲ ਗਏ। ਹਾਂ, ਸੋ ਇਸ ਕਰਕੇ ਵੀ ਜਦ ਅਸੀਂ ਆਪਦੇ ਸਿਆਸਤਦਾਨਾਂ ਨੂੰ ਸੁਣਾਂਗੇ ਵੀ ਦੱਸੋ ਕਿਵੇਂ ਕਰੋਗੇ, ਫਿਰ ਦਿਮਾਗ ਲਾਉਣਗੇ ਵੀ ਆਹ ਲੋਕਾਂ ਦੀਆਂ ਮੰਗਾਂ ਨੇ, ਇਹਨੂੰ ਕਿਵੇਂ ਕਰੀਏ, ਫਿਰ ਦੇਖਣਗੇ ਕਾਨੂੰਨ ਕੀ ਹੈ, ਫਿਰ ਦੇਖਣਗੇ ਅਸੀਂ ਕਰ ਵੀ ਸਕਦੇ ਹਾਂ ਕਿ ਨਹੀਂ। ਸੋ ਉਹਨਾਂ ਨੂੰ ਸੋਚਣ ਤੇ ਮਜਬੂਰ ਅੱਜ ਸਾਡਾ ਸਿਆਸਤਦਾਨ ਸੋਚਦਾ ਹੀ ਨਹੀਂ। ਇਸੇ ਕਰਕੇ ਉਹ ਕਹਿ ਦਿੰਦਾ ਅਸੀਂ ਕੀ ਕਰੀਏ ਜੀ, ਅਸੀਂ ਤਾਂ ਸੈਸ਼ਨ ਇੱਕ ਦਿਨ ਦਾ ਰੱਖਿਆ ਕਿਉਂਕਿ ਸਾਡੇ ਕੋਲ ਕੰਮ ਹੀ ਨਹੀਂ ਕੋਈ ਕਰਨ ਨੂੰ। ਕੰਮ ਤਾਂ ਬਥੇਰੇ ਆ, ਮਹੀਨੇ ਤੋਂ ਇੱਕ ਦਿਨ ਤੇ ਸੈਸ਼ਨ ਲੈ ਆਏ ਬਸ। ਇਹ ਇਹਨਾਂ ਦੀ ਉਹ ਹਾਲਤ ਹੈ, ਕੋਈ ਬੰਦੇ ਨੂੰ ਕਾਂ ਡਾਉਂਦਾ ਸੀ ਖੇਤ 'ਚ ਜਾ ਕੇ, ਤੇ ਉਹ ਆ ਕੇ ਕਿਆ ਕਰੇ, ਮੈਂ ਬੜਾ ਥੱਕ ਗਿਆ। ਉਹਦਾ ਭਰਾ ਵੇਲੜ ਸੀ, ਉਹ ਕਹਿੰਦਾ ਲੈ ਇਹ ਕਾਹਦਾ ਥੱਕ ਗਿਆ, ਮੈਂ ਡਾਕ ਕੇ ਦਿਖਾਉਣਾ। ਉਹ ਜਾ ਕੇ ਉੱਥੇ ਸੌਂ ਗਿਆ ਰੋਟੀ ਖਾ ਕੇ। ਸ਼ਾਮ ਨੂੰ ਉੱਠ ਕੇ ਕਹਿੰਦਾ ਕਿਉਂ ਵੀ, ਕਹਿੰਦਾ ਕੌਂ ਤਾਂ ਕੋਈ ਆਇਆ ਹੀ ਨਹੀਂ, ਭਰਾ ਤਾਂ ਐਵੇਂ ਕਹੀ ਜਾਂਦਾ ਸੀ, ਉਹ ਸੁੱਤਾ ਪਿਆ ਰਿਹਾ। ਸੋ ਇਹ ਸੁੱਤੇ ਪਏ ਨੇ, ਇਹਨਾਂ ਨੂੰ ਜਗਾਉਣਾ। ਕੌਂ ਤਾਂ ਬਥੇਰੇ ਨੇ ਉਡਾਉਣ ਵਾਲੇ, ਪਰ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ। ਇਸ ਕਰਕੇ ਆਪਾਂ ਇਹਨਾਂ ਨੂੰ ਉਹ ਕੌਂ ਦਿਖਾਉਣੇ ਨੇ ਵੀ ਇਹ ਦੇਖਣਾ ਸਿੱਖੋ। ਜਿੱਦੇ ਦੇਖਣਾ ਸਿੱਖਣਗੇ ਫਿਰ ਇਹਦਾ ਹੱਦ ਕਰਨਗੇ। ਇੰਨੀ ਗੱਲ। ਸੋ ਧੰਨਵਾਦ ਡਾਕਟਰ ਸਾਹਿਬ, ਮਿਹਰਬਾਨੀ, ਸ਼ੁਕਰੀਆ ਜੀ, ਬਹੁਤ ਬਹੁਤ। ਦੋਸਤੋ, ਇਹ ਸਨ ਡਾਕਟਰ ਪਿਆਰੇ ਲਾਲ ਗਰਗ, ਜਿਨ੍ਹਾਂ ਨੇ ਬਹੁਤ ਵਿਸਥਾਰ ਦੇ ਨਾਲ ਤੇ ਕਮਾਲ ਦੀ ਜਾਣਕਾਰੀ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਵੀ ਆਪਣੇ ਨਾਲ ਸਾਂਝੀ ਕੀਤੀ ਹੈ। ਕਿਰਪਾ ਕਰਕੇ ਸੱਚਮੁੱਚ ਪੰਜਾਬੀ ਦੇ ਇਕੱਲੇ ਦੇ ਫੋਨ ਦੇ ਵਿੱਚ ਪ੍ਰੋਗਰਾਮ ਹੋਣਾ ਲਾਜ਼ਮੀ ਹੈ। ਜਿੱਥੋਂ ਤੱਕ ਹੋ ਸਕਿਆ ਕਿਵੇਂ ਪੰਜਾਬ 'ਚ ਸੁਧਾਰ ਕੀਤਾ ਜਾ ਸਕਦਾ, ਕਿਵੇਂ ਲੀਡਰਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ, ਕੀ ਕਿਸਾਨ ਚੋਣਾਂ ਲੜਨ ਜਾਂ ਨਾ ਲੜਨ, ਇਹ ਸਾਰੇ ਮੁੱਦਿਆਂ ਦੇ ਉੱਤੇ ਬੇਬਾਕੀ ਦੇ ਨਾਲ ਡਾਕਟਰ ਸਾਹਿਬ ਨੇ ਗੱਲਬਾਤ ਕੀਤੀ ਹੈ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।